ਸੰਗਤ ਬ੍ਰਿੰਦ ਬਿਲੋਕਤੀ ਚੌਂਦਸ ਤੇ ਬਹੁ ਆਏ। ਬਹੁਤ ਸੰਗਤਾਂ ਚਾਰੇ ਪਾਸਿਓਂ ਦਰਸ਼ਨਾਂ ਲਈ ਆਈਆਂ ਹਨ ਅਤੇ ਦੀਵਾਨ ਵਿੱਚ ਮਹਾਰਾਜ ਦੇ ਚਾਰੇ ਪਾਸੇ ਸੰਗਤਾਂ ਬੈਠੀਆਂ ਖੜੀਆਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਹਨ। ਬਨਜਾਰੇ ਕੇ ਸਹਿਤ ਹੀ ਦਿੱਲੀ ਦੇ ਸਿੱਖ ਆਏ। ਸਾਧ ਸੰਗਤ ਜੀ, ਭਾਈ ਲੱਖੀ ਸ਼ਾਹ ਵਣਜਾਰਾ ਅਤੇ ਦਿੱਲੀ ਦੇ ਹੋਰ ਵੀ ਕਈ ਸਿੱਖ, ਹਜ਼ਾਰਾਂ ਸਿੱਖ ਦਿੱਲੀ 'ਚ ਰਹਿੰਦੇ ਸਨ, ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਆਏ ਹਨ। ਅਰਪ ਅਕੂਰ ਭਿਓ ਤਬ ਠਾਡੋ। ਮਹਾਰਾਜ ਦੇ ਚਰਨਾਂ 'ਚ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰਕੇ ਖਲੋ ਗਏ ਹਨ। ਗੁਰ ਸਰੂਪ ਵਿਖ ਆਨੰਦ ਬਾਡੋ। ਮਹਾਰਾਜ ਦਾ ਸੁੰਦਰ ਸਰੂਪ ਵੇਖ ਕੇ ਬੜੇ ਪ੍ਰਸੰਨ ਹੋਏ ਹਨ ਗੁਰੂ ਕੇ ਸਿੱਖ। ਸ਼੍ਰੀ ਮੁਖ ਤੇ ਸੁਭ ਬਾਕ ਉਚਾਰੇ। ਮਹਾਰਾਜ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਬੜੇ ਸੁੰਦਰ ਬਚਨ ਉਚਾਰਨ ਕੀਤੇ ਹਨ। ਉਹ ਗੁਰ ਪਿਆਰੇ ਸਿੱਖ ਬਨਜਾਰੇ। ਮਹਾਰਾਜ ਭਾਈ ਲੱਖੀ ਸ਼ਾਹ ਨੂੰ ਪੁੱਛਦੇ ਨੇ, ਸੁਣਾ ਭਾਈ ਲੱਖੀ ਸ਼ਾਹ, ਗੁਰੂ ਦਾ ਪਿਆਰਿਆ, ਸੁਣਾ ਦਿੱਲੀ 'ਚ ਕੀ ਬੀਤਿਆ ਹੈ। ਇਸ ਪ੍ਰਕਾਰ ਸਤਿਗੁਰ ਸੰਸਕਾਰੇ। ਤੁਸੀਂ ਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਹੈ, ਕਿਸ ਪ੍ਰਕਾਰ ਕੀਤਾ ਹੈ। ਇਹ ਸਥਾਨ ਮੈਂ ਰਾਖ ਸੁਧਾਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਕਿਹੜੀ ਥਾਂ ਤੇ ਰੱਖਿਆ ਹੈ ਤੇ ਕਿਸ ਪ੍ਰਕਾਰ ਸੰਸਕਾਰ ਦੀ ਮਰਜ਼ਾਦਾ ਨਿਭਾਈ ਹੈ। ਹੁਣ ਬਿਸਮਿਓ ਮੁਝ ਬਿਨਾ ਬਤਾਈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਆਪੇ ਹੀ ਪੁੱਛ ਲਿਆ ਤਾਂ ਭਾਈ ਲੱਖੀ ਸ਼ਾਹ ਬੜਾ ਹੈਰਾਨ ਹੋਇਆ ਵੀ ਮੇਰੇ ਦੱਸਣ ਤੋਂ ਬਿਨਾਂ ਹੀ ਅੰਤਰਜਾਮੀ ਸਤਿਗੁਰੂ ਜੀ ਬੁੱਝ ਗਏ ਹਨ। ਜਾਨ ਲੀਨ ਕਾਰਜ ਕਰ ਆਏ। ਮਹਾਰਾਜ ਜਾਣੀ ਜਾਣ ਗਏ ਨੇ ਵੀ ਜਿਹੜਾ ਕਾਰਜ ਕਰਕੇ ਅਸੀਂ ਆਏ ਹਾਂ। ਬੋਝੋ ਬਿਨੈ ਸਹਿਤ ਹਰਖਾਨਾ। ਭਾਈ ਲੱਖੀ ਸ਼ਾਹ ਵਣਜਾਰਾ ਹੱਥ ਜੋੜ ਕੇ ਬੋਲਿਆ, ਯਥਾ ਭਇਓ ਰਾਵਰ ਸਭ ਜਾਨਾ। ਮਹਾਰਾਜ ਆਪ ਜਾਣੀ ਜਾਣ ਹੋ, ਆਪ ਨੂੰ ਸਭ ਪਤਾ ਹੈ, ਮੇਰੇ ਦੱਸਣ ਦੀ ਕੀ ਲੋੜ ਹੈ। ਕਉ ਸਬਨ ਕੇ ਹੀਤ ਸੁਨਾਵਨ। ਫਿਰ ਵੀ ਆਪ ਜੀ ਨੇ ਪੁੱਛਿਆ ਦੂਜਿਆਂ ਨੂੰ ਸੁਣਾਉਣ ਵਾਸਤੇ, ਸਾਰੀ ਸੰਗਤ ਨੂੰ ਪਤਾ ਲੱਗ ਜਾਵੇ, ਇਸ ਕਰਕੇ ਮੈਂ ਦੱਸਦਾ ਹਾਂ। ਜੋ ਮੋਹਿ ਕਥਾ ਗੁਰ ਪਾਵਨ। ਆਪ ਜੀ ਵੀ ਇਸ ਕਰਕੇ ਮੈਥੋਂ ਪੁੱਛ ਰਹੇ ਹੋ ਕਿ ਦੂਸਰੇ ਸਿੱਖਾਂ ਨੂੰ, ਸੰਗਤਾਂ ਨੂੰ ਪਤਾ ਚੱਲ ਜਾਵੇ ਕਿ ਦਿੱਲੀ 'ਚ ਕੀ ਕੁਝ ਵਾਪਰਿਆ ਸੀ। ਅਧਮ ਨੁਰੰਗੀ ਕਾਰਨ ਕੀਨਾ। ਔਰੰਗਜ਼ੇਬ ਪਾਪੀ ਨੇ ਬੜਾ ਵੱਡਾ ਪਾਪ ਕੀਤਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਮਘਰ ਸੁਦੀ ਪੰਚਮੀ ਵਾਲੇ ਦਿਨ ਸ਼ਹੀਦ ਕਰ ਦਿੱਤਾ ਹੈ। ਹੁਣ ਡਿੰਡਮਪੁਰ ਫੇਰ ਸੁਦੀਨਾ। ਫਿਰ ਦਿੱਲੀ ਸ਼ਹਿਰ ਦੇ ਵਿੱਚ ਢੰਡੋਰਾ ਪਿੱਟ ਦਿੱਤਾ ਹੈ, ਐਲਾਨ ਕਰ ਦਿੱਤਾ ਇਨ ਕੋ ਸਿੱਖ ਸਾਧਕ ਨਰ ਜੋਏ। ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਸ਼ਰਧਾ ਰੱਖਦਾ, ਇਹਨਾਂ ਦਾ ਸਿੱਖ ਸੇਵਕ ਹੈ ਕੋਈ। ਧਰ ਕੋਲੇ ਸੰਸਕਾਰ ਹੈ ਸੋਏ। ਉਹ ਗੁਰੂ ਸਾਹਿਬ ਦੇ ਸਰੀਰ ਦਾ ਧੜ ਦਾ ਸੰਸਕਾਰ ਕਰ ਲਵੇ ਜਾ ਕੇ ਆਪਣੇ ਟਿਕਾਣੇ ਤੇ। ਸੁਣਿਓ ਸਦਨ ਕਰ ਤਰਾਸ ਵਿਸਾਲਾ। ਸੁਣ ਤਾਂ ਸਾਰਿਆਂ ਨੇ ਲਿਆ, ਪਰ ਮਨ ਦੇ ਵਿੱਚ ਦਹਿਸ਼ਤ ਡਰ ਸਾਰਿਆਂ ਦੇ ਆ ਗਿਆ। ਦਿੱਲੀ ਦੇ ਸਿੱਖ ਡਰ ਗਏ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਨੂੰ ਅਸੀਂ ਹੱਥ ਲਾਇਆ, ਕਿਤੇ ਸਾਡਾ ਵੀ ਉਹ ਅਸਰ ਨਾ ਹੋਵੇ। ਮੌਤ ਦਾ ਡਰ ਬੜਾ ਭਿਆਨਕ ਹੁੰਦਾ ਹੈ, ਸੋ ਦਿੱਲੀ ਦੇ ਸਿੱਖ ਡਰ ਗਏ ਸਨ। ਕੋਈ ਨਾ ਬੋਲ ਸਕਿਓ ਤਿਸ ਕਾਲਾ। ਉਸ ਵੇਲੇ ਕੋਈ ਬੋਲ ਨਹੀਂ ਸਕਿਆ, ਕੋਈ ਕੁਸਕ ਨਹੀਂ ਸਕਿਆ, ਔਰੰਗਜ਼ੇਬ ਦੇ ਤੇਜ਼ ਪ੍ਰਭਾਵ ਕਰਕੇ। ਹਮ ਹੈ ਸਿੱਖ ਨਾ ਕਿਨਹੂ ਬਤਾਵਾ। ਕਿਸੇ ਨੇ ਬਾਹਰ ਆ ਕੇ ਆਖਿਆ ਨਹੀਂ ਕਿ ਅਸੀਂ ਸਿੱਖ ਹਾਂ। ਸਾਰੇ ਆਮ ਲੋਕਾਂ ਵਿੱਚ, ਹਿੰਦੂਆਂ ਵਿੱਚ ਰਲ ਮਿਲ ਗਏ। ਦਬ ਕਰਹੀ ਨਿਜ ਨਿਜ ਘਰ ਥਾਵਾ। ਆਪਣੇ ਆਪਣੇ ਘਰਾਂ ਟਿਕਾਣਿਆਂ ਤੇ ਦਬਕ ਗਏ, ਕੁੰਡੀਆਂ ਅੰਦਰੋਂ ਲਾ ਲਈਆਂ। ਕਿਸੇ ਨੇ ਆਪਣੇ ਮੂੰਹ ਤੋਂ ਕਿਹਾ ਨਹੀਂ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਤੇਗ ਬਹਾਦਰ ਦੇ ਸਿੱਖ ਹਾਂ। ਡਰ ਤਰਦੇ ਉਹਦੇ ਨਾ ਬਤਾਏ। ਇਸ ਗੱਲ ਤੋਂ ਵੀ ਡਰਦੇ ਰਹੇ ਵੀ ਕੋਈ ਸਾਡੀ ਸ਼ਿਕਾਇਤ ਨਾ ਕਰ ਦੇਵੇ ਵੀ ਅਸੀਂ ਸਿੱਖ ਹਾਂ, ਸਾਨੂੰ ਬਾਦਸ਼ਾਹ ਫੜ ਕੇ ਨਾ ਲੈ ਜਾਵੇ, ਕਿਤੇ ਸਾਡੇ ਉੱਤੇ ਸਰਕਾਰੀ ਸਕੰਜਾ ਨਾ ਕੱਸਿਆ ਜਾਵੇ। ਡਰਦੇ ਮਾਰੇ ਦਿੱਲੀ ਦੇ ਸਿੱਖਾਂ ਨੇ ਆਪਣਾ ਸਿੱਖ ਹੋਣਾ ਵੀ ਸ਼ੋਅ ਨਹੀਂ ਕੀਤਾ। ਸ਼ਾਹ ਬੰਦ ਹਮਦੇ ਮਰਵਾਏ। ਬਾਦਸ਼ਾਹ ਸਾਨੂੰ ਆਪਣੀ ਕੈਦ 'ਚ ਨਾ ਸੁੱਟ ਦੇਵੇ, ਮਰਵਾ ਨਾ ਦੇਵੇ। ਦੁਰ ਦੁਰ ਗਏ ਆਪਣੇ ਘਰ ਮਹਿ। ਸਭ ਦਿੱਲੀ ਦੇ ਸਿੱਖ ਆਪਣੇ ਆਪਣੇ ਘਰਾਂ 'ਚ ਲੁਕ ਗਏ, ਡਰ ਗਏ, ਭੈ ਭੀਤ ਹੋ ਗਏ। ਮਹਿਮਾਨੀ ਸਿੱਖੀ ਕਿਸ ਪੁਰ ਮਹਿ। ਉਸ ਵੇਲੇ ਗੁਰੂ ਕੀ ਸਿੱਖੀ ਨੂੰ ਕਿਸੇ ਨੇ ਨਹੀਂ ਮੰਨਿਆ, ਕੋਈ ਗੁਰੂ ਦਾ ਸਿੱਖ ਬਣ ਕੇ ਸਾਹਮਣੇ ਨਹੀਂ ਆਇਆ।
ਸ਼੍ਰੀ ਗੋਬਿੰਦ ਸਿੰਘ ਸੁਨ ਕਰ ਐਸੇ। ਜਦੋਂ ਭਾਈ ਲੱਖੀ ਸ਼ਾਹ ਵਣਜਾਰੇ ਤੋਂ ਦਿੱਲੀ ਦੀ ਹਾਲਤ ਸੁਣੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਗਰਜਤ ਬੋਲੇ ਜਲਧਰ ਜੈਸੇ। ਜਿਵੇਂ ਬੱਦਲ ਗਰਜਦਾ ਹੈ, ਇਸ ਤਰ੍ਹਾਂ ਗਰਜ ਕੇ ਬੋਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਇਸ ਵਿਦ ਕੋ ਅਬ ਪੰਥ ਬਣਾਓ। ਕਹਿਣ ਲੱਗੇ ਇਸ ਤਰ੍ਹਾਂ ਦਾ ਪੰਥ ਬਣਾਵਾਂਗੇ, ਹੁਣ ਇਸ ਤਰ੍ਹਾਂ ਦਾ ਖਾਲਸਾ ਸਾਜਾਂਗੇ ਸਕਲ ਜਗਤ ਮੈਂ ਬਹੁ ਵਿਦ ਤਾਮੋ। ਜਿਹੜਾ ਸਾਰੀ ਦੁਨੀਆ 'ਚ ਪ੍ਰਗਟ ਹੋਵੇਗਾ। ਸਾਰੇ ਸੰਸਾਰ ਦੇ ਉੱਤੇ ਉਸ ਖਾਲਸੇ ਦਾ ਰੂਪ ਰੰਗ, ਰਹਿਣੀ ਬਹਿਣੀ, ਕਹਿਣੀ ਸਹਿਣੀ ਵੱਖਰੀ ਹੋਵੇਗੀ। ਲੱਖੋਂ ਜਗ ਕੇ ਨਰ ਇੱਕ ਥਾਏ। ਲੱਖਾਂ ਬੰਦੇ ਖੜੇ ਹੋਣ ਇੱਕ ਥਾਂ ਤੇ, ਜਿਹੜੇ ਹਿੰਦੂ ਮੁਸਲਮਾਨ ਦੂਸਰੀਆਂ ਕੌਮਾਂ ਦੇ ਲੋਕ। ਤੈਨੂੰ ਮਹਿ ਮਿਲੇ ਏਕ ਸਿੱਖ ਜਾਏ। ਜਦੋਂ ਮੇਰਾ ਸਿੱਖ ਉਹਨਾਂ 'ਚ ਜਾ ਕੇ ਖਲੋਵੇਗਾ ਕੱਲਾ ਵੀ, ਸਭ ਮੈਂ ਪ੍ਰਥਕ ਪਛਾਨਿਓ ਪਰੈ। ਉਹ ਸਾਰਿਆਂ ਤੋਂ ਵੱਖਰਾ ਪਛਾਣਿਆ ਜਾਏਗਾ। ਐਸਾ ਮੈਂ ਰੂਪ ਰੰਗ ਢੰਗ ਖਾਲਸੇ ਨੂੰ ਦੇ ਦਿਆਂਗਾ, ਐਸੀ ਉਹਨਾਂ ਦੀ ਨਿਸ਼ਾਨੀ ਹੋਵੇਗੀ। ਸਭ ਤੇ ਪਥਕ ਪਛਾਣਿਓ ਪਰ ਸਾਰਿਆਂ ਤੋਂ ਵੱਖਰਾ ਪਛਾਣਿਆ ਜਾਵੇਗਾ। ਰਲੇ ਨਾ ਕਿਉਂ ਹੂੰ ਕੈਸਿਉ ਕਰੈ। ਉਹ ਕਿਸੇ ਨਾਲ ਰਲੇਗਾ ਨਹੀਂ। ਜਿਵੇਂ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਉਸ ਗੁਰੂ ਕੇ ਸਿੱਖ ਨੂੰ ਕੋਈ ਆਪਣੇ ਵਿੱਚ ਰਲਾ ਨਹੀਂ ਸਕੇਗਾ, ਜਿਵੇਂ ਭੇਡਾਂ ਸ਼ੇਰ ਨੂੰ ਆਪਣੇ ਵਿੱਚ ਰਲਾ ਨਹੀਂ ਸਕਦੀਆਂ। ਜਥਾ ਬਕਨ ਮਹਿ ਹੰਸ ਨਾ ਛਪੈ। ਜਿਵੇਂ ਸੈਂਕੜੇ ਹਜ਼ਾਰਾਂ ਬਗਲਿਆਂ ਵਿੱਚ ਹੰਸ ਵੱਖਰਾ ਹੀ ਪਛਾਣਿਆ ਜਾਂਦਾ, ਛੁਪਦਾ ਨਹੀਂ। ਗਿਰਜਨ ਵਿਖੈ ਮੋਰ ਜਿਮ ਦਿਪੈ। ਜਿਵੇਂ ਗਿਰਜਾਂ ਵਿੱਚ ਮੋਰ ਵੱਖਰਾ ਪਛਾਣਿਆ ਜਾਂਦਾ ਵੀ ਇਹ ਮੋਰ ਹੈ, ਬਾਕੀ ਗਿਰਜਾਂ ਹਨ। ਜਿਉ ਖਰ ਗਨ ਮਹਿ ਬਲੀ ਤੁਰੰਗ। ਜਿਵੇਂ ਹਜ਼ਾਰਾਂ ਖੋਤਿਆਂ ਦੇ ਵਿੱਚ, ਗਧਿਆਂ ਦੇ ਵਿੱਚ ਬਲੀ ਘੋੜਾ ਵੱਖਰਾ ਪਛਾਣਿਆ ਜਾਂਦਾ ਹੈ। ਜਥਾ ਮ੍ਰਿਗਨ ਮੈਂ ਕੇਹਰ ਅੰਗ। ਜਿਵੇਂ ਜੰਗਲੀ ਜਾਨਵਰਾਂ ਵਿੱਚ, ਮਿਰਗਾਂ ਵਿੱਚ ਸ਼ੇਰ ਦੀ ਪਛਾਣ ਵੱਖਰੀ ਹੁੰਦੀ ਹੈ। ਤਿਮ ਨਾਨਾ ਭੇਖਣ ਕੇ ਮਾਹੀ। ਇਸ ਤਰ੍ਹਾਂ ਨਾਨਾ ਪ੍ਰਕਾਰ ਦੇ ਜਿਹੜੇ ਭੇਖ ਹਨ, ਬੈਰਾਗੀ, ਸੰਨਿਆਸੀ, ਜੋਗੀ, ਜੰਗਮ, ਹਿੰਦੂ, ਮੁਸਲਮਾਨ, ਸਾਰੇ ਵੱਖਰੇ ਵੱਖਰੇ ਜੋ ਧਰਮ ਹਨ, ਵੱਖਰੇ ਵੱਖਰੇ ਜੋ ਮਤ ਹਨ। ਮਮ ਸਿੱਖ ਕੋ ਸਗਲੋ ਪਰਖਾਹੀ। ਮੇਰੇ ਸਿੱਖ ਨੂੰ ਸਾਰੇ ਪਰਖਣਗੇ, ਵੱਖਰਾ ਜਾਣਨਗੇ। ਸੁਨਤ ਸਭਾ ਸਭ ਬਿਸਮੈ ਹੋਈ। ਸੁਣ ਕੇ ਸਾਰੀ ਸੰਗਤ ਵੀ ਬਿਸਮਾਦ ਵਿੱਚ ਆ ਗਈ। ਆਖ ਅਚਾਨਕ ਜਾਣਤ ਸੋਈ। ਕਹਿੰਦੇ ਅਚਾਨਕ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ, ਜਿਹੜੇ ਮਹਾਰਾਜ ਕਲਗੀਧਰ ਜੀ ਨੇ ਕੱਢੇ ਵੀ ਅਸੀਂ ਵੱਖਰੇ ਕਿਸਮ ਦਾ ਨਿਆਰਾ ਪੰਥ ਸਾਜਾਂਗੇ, ਜਿਹੜਾ ਸਾਰਿਆਂ ਤੋਂ ਵੱਖਰਾ ਪਛਾਣਿਆ ਜਾਵੇਗਾ, ਜਿਹਦੀ ਰਹਿਣੀ ਬਹਿਣੀ, ਕਹਿਣੀ ਬੋਲੀ, ਪਹਿਰਾਵਾ ਸਭ ਤੋਂ ਵੱਖਰਾ ਹੋਵੇਗਾ, ਐਸਾ ਪੰਥ ਸਾਜਾਂਗੇ। ਜਦੋਂ ਇਹ ਬਚਨ ਕਹੇ ਹਨ, ਹੁਣ ਬਨਜਾਰਾ ਪੂਜਨ ਕਰਿਓ। ਬਨਜਾਰੇ ਨੂੰ ਪੁੱਛਦੇ ਨੇ ਫਿਰ ਸਤਿਗੁਰੂ ਕਲਗੀਧਰ ਜੀ, ਤੂੰ ਤੇ ਕਹੋ ਕਾਜ ਕਿਮ ਸਰਿਓ। ਤੂੰ ਸੁਣਾ ਕਿਵੇਂ ਮਹਾਰਾਜ ਦੇ ਸੰਸਕਾਰ ਦੀ ਸੇਵਾ ਕਰ ਸਕਿਆ ਹੈ। ਕਹਿਤ ਭਇਓ ਦੇ ਬਿਰਖਬ ਕਨੇਰੇ। ਭਾਈ ਲੱਖੀ ਸ਼ਾਹ ਕਹਿਣ ਲੱਗਾ, ਮਹਾਰਾਜ ਬਹੁਤ ਸਾਰੇ ਬਲਦ ਤੇ ਬਹੁਤ ਸਾਰੀਆਂ ਬੈਲ ਗਾੜੀਆਂ ਲੈ ਕੇ ਪਹੁੰਚੋ ਜਾਏ ਗੁਰੂ ਧਰ ਨੇਰੇ। ਮੈਂ ਸਾਰੇ ਬਲਦ ਖੋਲ ਦਿੱਤੇ ਤੇ ਗੱਡੇ ਵੀ ਉਧਰ ਨੂੰ ਤੋਰ ਦਿੱਤੇ ਜਿੱਧਰ ਗੁਰੂ ਸਾਹਿਬ ਦਾ ਸਰੀਰ ਚਾਂਦਨੀ ਚੌਂਕ ਵਿੱਚ ਪਿਆ ਸੀ। ਤੇ ਇਸ ਤਰ੍ਹਾਂ ਅਸੀਂ ਦੌੜਦੇ ਦੌੜਦੇ ਗੱਡੇ ਲੈ ਕੇ ਉੱਥੇ ਪਹੁੰਚ ਗਏ। ਮਹਾ ਧੂਰ ਵਾਯੂ ਤੇ ਭਈ। ਮਹਾਰਾਜ ਦੀ ਕਿਰਪਾ ਐਸੀ, ਇੱਕ ਤਾਂ ਹਨੇਰੀ ਚੱਲ ਗਈ ਤੇ ਮਿੱਟੀ ਗੱਡਿਆਂ ਦੇ ਖੁਰਾਂ ਨਾਲ, ਬਲਦਾਂ ਦੇ ਪੈਰਾਂ ਨਾਲ ਵੀ ਉੱਡ ਉੱਡ ਕੇ ਸਮਾਨ ਨੂੰ ਚੜ ਗਈ। ਦਸੋਂ ਦਿਸ਼ਾ ਨਹੀਂ ਜਾਣੀ ਗਈ। ਦਸੇ ਦਿਸ਼ਾ ਦੇ ਵਿੱਚ ਇਤਨਾ ਜ਼ਿਆਦਾ ਗਰਦ ਗੁਬਾਰ ਸੀ ਵੀ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਉੱਤਰ ਕਿੱਧਰ ਹੈ, ਦੱਖਣ ਕਿੱਧਰ ਹੈ, ਪੂਰਬ ਕਿੱਧਰ ਹੈ, ਪੱਛਮ ਕਿੱਧਰ ਹੈ। ਹੱਥ ਨੂੰ ਹੱਥ ਦਿਖਾਈ ਨਹੀਂ ਸੀ ਦਿੰਦਾ। ਐਸੀ ਗੁਰੂ ਸਾਹਿਬ ਜੀ ਨੇ ਕਲਾ ਵਰਤਾ ਦਿੱਤੀ ਸੀ। ਅਬ ਉਠਾਏ ਮੈਂ ਸਕਟ ਮਝਾਰੇ। ਤਾਂ ਉਸ ਵੇਲੇ ਮੈਂ ਗੁਰੂ ਸਾਹਿਬ ਦਾ ਸਰੀਰ ਚੁੱਕ ਕੇ ਆਪਣੇ ਰੂਈ ਦੇ ਗੱਡੇ ਵਿੱਚ ਸੱਟ ਲਿਆ, ਰੱਖ ਲਿਆ ਤੇ ਉੱਪਰੋਂ ਰੂਈ ਪਾ ਦਿੱਤੀ। ਧਰ ਕਰ ਧਰ ਨਿਜ ਬ੍ਰਿਖਬ ਸੰਭਾਰੇ। ਆਪਣੇ ਗੱਡੇ 'ਚ ਮਹਾਰਾਜ ਦਾ ਸਰੀਰ ਧਰ ਕੇ ਉੱਪਰੋਂ ਰੂਈ ਪਾ ਕੇ ਤੇ ਫਟਾਫਟ ਗੱਡੇ ਤੋਰ ਰਹੇ। ਪਾਛੇ ਖੋਜਨ ਲਗੇ ਕਨੇਰੇ। ਜਦੋਂ ਅਸੀਂ ਸੀਸ ਮਹਾਰਾਜ ਦਾ ਧੜ ਲੈ ਕੇ ਉੱਥੋਂ ਚੱਲ ਪਏ ਤੇ ਤੁਰਕਾਂ ਨੇ ਪਿੱਛੋਂ ਬੜੀ ਭਾਲ ਕੀਤੀ, ਬੜੀ ਖੋਜ ਕੀਤੀ ਹੈ। ਪਾਇਓ ਧਰ ਸਭ ਬਿਦ ਹੀਰੇ। ਕਹਿੰਦੇ ਬੜਾ ਜ਼ੋਰ ਲਾ ਕੇ ਵੀ ਉਹਨਾਂ ਨੂੰ ਮਹਾਰਾਜ ਦਾ ਧੜ ਨਹੀਂ ਲੱਭਾ। ਮੈਂ ਲੈ ਜਾਏ ਭਲੇ ਸੰਸਕਾਰੇ। ਤੇ ਮੈਂ ਗੁਰੂ ਸਾਹਿਬ ਜੀ ਮਹਾਰਾਜ ਦਾ ਸਰੀਰ ਲਿਜਾ ਕੇ ਆਪਣੇ ਨਗਰ ਰਕਾਬਗੰਜ ਰਾਏਸੀਨਾ ਵਿਖੇ ਆਪਣੇ ਘਰ 'ਚ ਰੱਖ ਕੇ ਸੰਸਕਾਰ ਕੀਤਾ ਹੈ। ਤੀਨ ਪੁਸ਼ਪ ਮੈਂ ਭਲੇ ਸੰਭਾਰੇ। ਤੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰਕੇ
ਤੇ ਮੈਂ ਮਹਾਰਾਜ ਦੇ ਅੰਗੀਠੇ ਦੀ ਜਿੰਨੀ ਵੀ ਵਿਭੂਤੀ ਸੀ ਔਰ ਮਹਾਰਾਜ ਦੇ ਪੁਸ਼ਪ ਸਨ, ਫੁੱਲ ਸਨ, ਉਹਨਾਂ ਨੂੰ ਲੈ ਕੇ ਤੇ ਫਿਰ ਇੱਕ ਗਾਗਰਾਂ ਵਿੱਚ ਪਾ ਕੇ ਰੱਖ ਲਏ ਹਨ ਸੰਭਾਲ ਕੇ। ਤਾਂਬਰ ਗਾਗਰਾ ਦੋਇ ਮਹਿ ਪਾਈ, ਔਰ 2 ਗਾਗਰਾਂ ਤਾਂਬੇ ਦੀਆਂ ਭਰ ਕੇ ਇਸੀ ਥਾਨ ਮੈਂ ਰਾਖ ਗਡਾਈ। ਉੱਥੇ ਹੀ ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਹੈ ਰਕਾਬਗੰਜ ਵਾਲੀ ਥਾਂ ਤੇ ਟੋਆ ਪੁੱਟ ਕੇ ਉਹ ਦੋਵੇਂ ਗਾਗਰਾਂ ਜ਼ਮੀਨ 'ਚ ਦੱਬ ਦਿੱਤੀਆਂ ਹਨ। ਮਾਲਕ ਤੁਮ ਬੜ ਸਮਰੱਥ, ਹੁਣ ਤੁਸੀਂ ਮਾਲਕ ਹੋ, ਵੱਡੇ ਹੋ, ਸਮਰੱਥ ਹੋ ਗੁਰੂ ਸਾਹਿਬ ਜੀ ਮਹਾਰਾਜ, ਜਿਵੇਂ ਤੁਹਾਡਾ ਹੁਕਮ ਹੋਵੇ। ਕਰਨ ਕਰਾਮਨ ਸਭ ਬਿਦ ਹੱਥ, ਕਰਨ ਕਰਾਵਣ ਸਮਰੱਥ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਸੁਨ ਪ੍ਰਸੰਨ ਤਿਸ ਪਰ ਤਬ ਹੋਈ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਭਾਈ ਲੱਖੀ ਸ਼ਾਹ ਵਣਜਾਰੇ ਤੋਂ ਸੰਸਕਾਰ ਦੀ ਕਥਾ ਸੁਣ ਕੇ ਉਸ ਤੇ ਬੜੇ ਪ੍ਰਸੰਨ ਹੋਏ ਹਨ। ਜਨਮ ਮਰਨ ਬੰਧਨ ਤੁਵ ਖੋਈ। ਬਚਨ ਕਰਨ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਜਨਮ ਮਰਨ ਦੇ ਬੰਧਨ ਕੱਟ ਦਿੱਤੇ ਹੋ, ਤੇਰੀ 84 ਖਤਮ ਹੈ, ਤੂੰ ਇਸੇ ਜਨਮ ਵਿੱਚ ਵੀ ਪ੍ਰਮਾਤਮਾ ਨੂੰ ਪਾ ਲਵੇਂਗਾ। ਪਾ ਲਿਆ ਸਮਝੋ। ਤੇ ਜਦੋਂ ਗੁਰੂ ਦੀ ਖੁਸ਼ੀ ਹੋ ਗਈ ਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਮਹਾਰਾਜ ਜੀ ਨੇ ਕਿਰਪਾ ਕਰਤੀ, ਕਹਿਣ ਲੱਗੇ ਤੇਰਾ ਜਨਮ ਮਰਨ ਕੱਟਿਆ ਗਿਆ ਹੈ। ਫਲ ਹੈ ਫੂਲ ਹੈ ਫਲ ਹੈ ਜਗਤ ਮਹਿ ਭਾਰੀ। ਔਰ ਬਹੁਤ ਵਧੋਗੇ, ਫੁੱਲੋਗੇ, ਤੁਹਾਡਾ ਪਰਿਵਾਰ, ਤੁਹਾਡੀ ਸੰਗਤ ਬਹੁਤ ਹੋਵੇਗੀ। ਹੋਏ ਸੁਖ ਗੁਰ ਕਾਇਆ ਸੰਸਕਾਰੀ। ਗੁਰੂ ਘਰ ਦੇ ਵਿੱਚ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਹੈ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਸੰਸਕਾਰ ਕੀਤਾ ਹੈ, ਇਸ ਕਰਕੇ ਤੁਹਾਡੀ ਅੰਸ ਬੰਸ ਨੂੰ ਬੜਾ ਸੁੱਖ ਮਿਲੇਗਾ। ਪੁਸ਼ਪ ਰਹਿਣ ਦਿਓ ਤਿਸ ਹੀ ਥਾਨ। ਮਹਾਰਾਜ ਕਹਿੰਦੇ ਸਤਿਗੁਰੂ ਤੇਗ ਬਹਾਦਰ ਜੀ ਦੇ ਫੁੱਲ ਉਸ ਗਾਗਰਾਂ 'ਚ ਪਏ ਹੋਏ ਉਸੇ ਤਰ੍ਹਾਂ ਹੀ ਜ਼ਮੀਨ 'ਚ ਪਏ ਰਹਿਣ ਦਿਓ। ਜਬ ਹੋਵੇ ਮਮ ਪੰਥ ਮਹਾਨ। ਜਦੋਂ ਸਾਡਾ ਪੰਥ ਸੂਰਬੀਰ ਬਹਾਦਰ ਯੋਧਿਆਂ ਦਾ ਮਹਾਨ ਪੰਥ ਵੱਧ ਜਾਏਗਾ। ਬਨੇ ਦੇਹੁਰਾ ਥਲ ਪਰਖੇ ਹੈ। ਉੱਥੇ ਗੁਰੂ ਕੇ ਸਿੱਖ ਜਗ੍ਹਾ ਪਛਾਣਨਗੇ ਸੰਸਕਾਰ ਵਾਲੀ ਤੇ ਦਿਉਰਾ ਬਣਾਉਣਗੇ। ਸਾਧ ਸੰਗਤ ਜੀ, ਪਹਿਲਾਂ ਤਾਂ ਮਹਾਰਾਜ 10ਵੇਂ ਪਾਤਸ਼ਾਹ ਜਦੋਂ ਦਿੱਲੀ 'ਚ ਗਏ ਹਨ, ਮਾਤਾ ਸੁੰਦਰੀ ਜੀ ਦੇ ਉੱਥੇ ਅਸਥਾਨਾਂ ਤੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਆਗਰੇ ਤੋਂ ਬਾਦਸ਼ਾਹੀ ਦਵਾ ਕੇ ਦਿੱਲੀ ਆ ਗਏ ਸਨ। ਕਲਗੀਧਰ ਪਾਤਸ਼ਾਹ ਦਿੱਲੀ ਆ ਕੇ ਸਤਿਗੁਰੂ ਜੀ ਨੇ ਰਕਾਬਗੰਜ ਵਾਲੇ ਸਥਾਨ ਤੇ ਜਾ ਕੇ ਦਰਸ਼ਨ ਕੀਤੇ ਤੇ ਭਾਈ ਲੱਖੀ ਸ਼ਾਹ ਦੇ ਪਰਿਵਾਰ ਦੇ ਜੀਆਂ ਨੇ ਉਹ ਨਿਸ਼ਾਨਦੇਹੀ ਕਰਾਈ। ਆਹ ਜਗ੍ਹਾ ਤੇ ਗੁਰੂ ਸਾਹਿਬ ਦੇ ਅੰਗੀਠੇ ਦਾ ਸੰਸਕਾਰ ਦਾ ਸਥਾਨ ਹੈ ਤੇ ਇੱਥੇ ਮਹਾਰਾਜ ਦੇ ਫੁੱਲ ਜ਼ਮੀਨ ਵਿੱਚ ਦੱਬੇ ਹੋਏ ਹਨ। 10ਵੇਂ ਪਾਤਸ਼ਾਹ ਨੇ ਜਾ ਕੇ ਜਦੋਂ ਦਰਸ਼ਨ ਕੀਤੇ ਤਾਂ ਉੱਤੇ ਮਹਾਰਾਜ ਨੇ ਬੜੀ ਸੁੰਦਰ ਇੱਕ ਪਾਲਕੀ ਨੁਮਾ ਜਿਹੜੀ ਛਤਰੀ ਬਣਾ ਦਿੱਤੀ, ਜਿਹਦੇ ਵਿੱਚ ਮਹਾਰਾਜ ਦਾ ਨਿਸ਼ਾਨ ਬਣਿਆ ਰਵੇ ਕਿ ਇੱਥੇ ਗੁਰੂ ਸਾਹਿਬ ਦਾ ਸੰਸਕਾਰ ਹੋਇਆ। ਕਲਗੀਧਰ ਪਾਤਸ਼ਾਹ ਦੇ ਜਾਣ ਤੋਂ ਕਈ ਸਾਲ ਬਾਅਦ ਜਦੋਂ ਪਾਲਤੂ ਪੁੱਤਰ ਜੀਤ ਸਿੰਘ ਦਾ ਜੰਗ ਹੋਇਆ ਤੇ ਉਹ ਮਾਰਿਆ ਗਿਆ, ਉਸ ਵੇਲੇ ਤੁਰਕਾਂ ਨੇ ਫਿਰ ਉਹ ਜਿਹੜੀ ਜਗ੍ਹਾ ਸੀ ਢਾਹ ਕੇ ਮਸੀਤ ਬਣਾਤੀ। ਬਾਅਦ ਵਿੱਚ ਬਾਬਾ ਬਘੇਲ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਾਰੇ ਖਾਲਸੇ ਨੇ ਦਿੱਲੀ ਫਤਿਹ ਕੀਤੀ। ਉਸ ਵੇਲੇ ਬਾਦਸ਼ਾਹ ਕੋਲੋਂ ਸਾਰੇ ਗੁਰਦੁਆਰੇ ਬਣਾਉਣ ਦੀ ਮਨਜ਼ੂਰੀ ਲੈ ਕੇ ਸਾਰੇ ਗੁਰਦੁਆਰੇ ਬਾਬਾ ਬਘੇਲ ਸਿੰਘ ਜੀ ਨੇ ਬਣਵਾਏ ਔਰ ਉਸ ਵੇਲੇ ਉਹ ਮਸੀਤ ਵੀ ਢਾਣੀ ਪਈ ਸੀ। ਭਾਵੇਂ ਤੁਰਕ ਢਾਣ ਨਹੀਂ ਸੀ ਦਿੰਦੇ, ਸੀਸਗੰਜ ਵਾਲੀ ਤੇ ਰਕਾਬਗੰਜ ਵਾਲੀਆਂ 2 ਮਸੀਤਾਂ, ਪਰ ਬਾਬਾ ਬਘੇਲ ਸਿੰਘ ਜੀ ਨੇ ਸੂਰਬੀਰ ਯੋਧੇ ਸਿੰਘਾਂ ਦਾ ਪਹਿਰਾ ਲਾ ਕੇ ਰਾਤੋਂ ਰਾਤ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਘਰ ਤੇ ਹੱਲਾ ਬੋਲਿਆ ਤੇ ਉਹਨਾਂ ਕੋਲੋਂ ਲਿਖਵਾ ਕੇ ਵੀ ਸਾਨੂੰ ਬਖਸ਼ ਦਿਓ ਤੇ ਗੁਰਦੁਆਰਾ ਬਣਾ ਲਓ, ਅਸੀਂ ਕੁਝ ਨਹੀਂ ਕਵਾਂਗੇ। ਫਿਰ ਇਹ ਮੋਰਚਾ ਫਤਿਹ ਕੀਤਾ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਜਦੋਂ ਰਾਜ ਲਿਆ, ਮੁਸਲਮਾਨਾਂ ਨੇ ਉਸ ਤੋਂ ਪਹਿਲਾਂ ਫਿਰ ਮਸੀਤ ਬਣਾ ਲਈ। ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤਾਂ ਸਰਦਾਰ ਸਰੂਪ ਸਿੰਘ ਜੀਂਦਪਤੀ ਨੇ ਕੇਸ ਮੁਕੱਦਮਾ ਲੜ ਕੇ ਗੁਰਦੁਆਰੇ ਬਣਾਏ। ਸੋ ਇਸ ਤਰ੍ਹਾਂ ਇਤਿਹਾਸ ਹੈ। ਗੁਰੂ ਸਾਹਿਬ ਕਲਗੀਧਰ ਜੀ ਕਹਿ ਰਹੇ ਹਨ ਕਿ ਜਦੋਂ ਖਾਲਸਾ ਪੰਥ ਸੂਰਬੀਰ ਬਹਾਦਰ ਯੋਧੇ ਪੈਦਾ ਹੋਣਗੇ, ਉਹ ਜਾ ਕੇ ਦਿੱਲੀ ਵਿੱਚ ਸਾਡੇ ਗੁਰੂਆਂ ਦੇ ਅਸਥਾਨ ਬਣਾਉਣਗੇ। ਪੁਨ ਬਾਜ਼ਾਰ ਮਹਿਥਾਨ ਬਣੇ ਹੈ। ਬੜੇ ਸੁੰਦਰ ਬਾਜ਼ਾਰ ਵਿੱਚ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਨੇ,
ਉੱਥੇ ਵੀ ਗੁਰਦੁਆਰਾ ਸੀਸਗੰਜ ਬਣੇਗਾ। ਸਿਰ ਤੁਰਤਨ ਕੇ ਮੇਖ ਲਗਾਵੇਂ, ਤੁਰਕਾਂ ਦੇ ਸਿਰ 'ਚ ਮੇਖਾਂ ਕੱਢ ਦਿਆਂਗੇ, ਉਹਨਾਂ ਦੇ ਸਾਹਮਣੇ ਨਿਸ਼ਾਨ ਝੂਲਣਗੇ। ਦੇਖੋ ਸਾਧ ਸੰਗਤ ਜੀ, ਲਾਲ ਕਿਲੇ ਦੇ ਗੁੰਬਜ ਵੀ ਹਨ, ਪਰ ਗੁਰਦੁਆਰਾ ਸੀਸਗੰਜ ਦਾ ਗੁੰਬਜ ਉੱਚਾ ਔਰ ਸੋਨੇ ਦਾ ਬਣਿਆ ਹੋਇਆ ਹੈ। ਨਿਸ਼ਾਨ ਗੁਰੂ ਕੇ ਉੱਚੇ ਝੂਲ ਰਹੇ ਹਨ। ਲਾਲ ਕਿਲੇ ਵਿੱਚ ਜਾਓ ਤੇ ਕਬੂਤਰ ਬੋਲਦੇ ਹਨ, ਪਰ ਗੁਰੂ ਕੀ ਬਾਣੀ ਦੇ ਕੀਰਤਨ ਤੇ ਲੰਗਰਾਂ ਦੇ ਪ੍ਰਵਾਹ ਤੇ ਸੰਗਤਾਂ ਦੇ ਇਕੱਠ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੁੰਦੇ ਹਨ। ਇਸ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਇਹਨਾਂ ਦੇ ਸਾਹਮਣੇ ਨਿਸ਼ਾਨ ਗੱਡਾਂਗੇ, ਝੰਡੇ ਚਲਾ ਦਿਆਂਗੇ। ਦਿੱਲੀ ਦੇ ਵਿੱਚ ਖਾਲਸੇ ਦਾ ਬੋਲ ਬਾਲਾ ਹੋਵੇਗਾ, ਤੁਰਕਾਂ ਦੇ ਸਿਰ 'ਚ ਮੇਖਾਂ ਕੱਢ ਦਿਆਂਗੇ। ਸਿੱਖ ਸੰਗਤ ਸਭ ਪੂਜ ਕਰਾਵੇਂ, ਆ ਸਿੱਖ ਸੰਗਤਾਂ ਤੋਂ ਪੂਜਾ ਕਰਾਵਾਂਗੇ ਗੁਰੂ ਕੇ ਸਥਾਨਾਂ ਦੀ। ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ, ਬੰਗਲਾ ਸਾਹਿਬ, ਬਾਲਾ ਸਾਹਿਬ, ਨਾਨਕ ਪਿਆਊ, ਮਜਨੂ ਦਾ ਟਿੱਲਾ, ਮਾਤਾ ਜੀ ਦਾ ਸਥਾਨ, ਬਾਬੇ ਬੰਦੇ ਬਹਾਦਰ ਦਾ ਸਥਾਨ, ਕਿੰਨੇ ਪਵਿੱਤਰ ਇਤਿਹਾਸਿਕ ਸਥਾਨ ਹਨ ਸਾਧ ਸੰਗਤ ਜੀ ਦਿੱਲੀ ਦੇ ਵਿੱਚ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਸਿੰਘਾਂ ਦਾ ਦਲ ਆਵੇਗਾ ਬੁੱਢਾ ਦਲ ਚੜ੍ਹ ਕੇ, ਔਰ ਦਿੱਲੀ ਦੇ ਵਿੱਚ ਨਿਸ਼ਾਨ ਚਲਾ ਦੇਗਾ, ਔਰ ਖਾਲਸੇ ਦਾ ਬੋਲਬਾਲਾ ਹੋਵੇਗਾ। ਸਮੋਂ ਆਏ ਜਬ ਦੇਖਣ ਸਾਰੇ, ਜਦੋਂ ਸਮਾਂ ਆਵੇਗਾ ਸਾਰੀ ਦੁਨੀਆ ਦੇਖੇਗੀ। ਅੱਜ ਤਾਂ ਤੁਰਕਾਂ ਦੇ ਝੰਡੇ ਝੂਲਦੇ ਨੇ, ਤੁਰਕਾਂ ਦੇ ਨਗਾਰੇ ਵੱਜਦੇ ਨੇ, ਪਰ ਤੁਰਕਾਂ ਦਾ ਕੋਈ ਨਗਾਰ ਬੰਦ ਨਹੀਂ ਰਹੇਗਾ। ਖਾਲਸੇ ਦੇ ਹੀ ਝੰਡੇ ਝੂਲਣਗੇ, ਖਾਲਸੇ ਦੇ ਹੀ ਨਗਾਰੇ ਵੱਜਣਗੇ। ਦਿੱਲੀ ਵਿਖੇ ਬਣਹਿ ਗੁਰਦੁਆਰੇ, ਦਿੱਲੀ 'ਚ ਬੇਅੰਤ ਗੁਰੂ ਘਰ ਗੁਰਦੁਆਰੇ ਬਣ ਜਾਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰੇ ਵੀ ਖਾਲਸਾ ਪੰਥ ਬਣਾਵੇਗਾ। ਉਨਹਿ ਸਿੱਖ ਸਭ ਲਗੇ ਸੁਨਾਮਨ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਨੇ। ਅਬ ਹੀ ਭਾ ਪ੍ਰਤਾਪ ਗੁਰ ਪਾਵਨ, ਸਿੱਖ ਕਹਿੰਦੇ ਵੀ ਗੁਰੂ ਸਾਹਿਬ ਦਾ ਪ੍ਰਤਾਪ ਤਾਂ ਹੁਣੇ ਤੋਂ ਹੀ ਪ੍ਰਗਟ ਹੋ ਰਿਹਾ ਹੈ। ਐਨੀ ਛੋਟੀ ਉਮਰ ਦੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਨਾ ਪ੍ਰਭਾਵ ਹੈ। ਜਬ ਕੋ ਕਾਰਨ ਕੀਨੂ ਸਾਹੂ, ਜਦੋਂ ਦਾ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੈ, ਤਬ ਕੋ ਭਇਓ ਹੌਲ ਉਰਮਾਹੂ, ਉਦੋਂ ਦਾ ਦਿੱਲੀ ਦੇ ਸਿੱਖਾਂ ਦਾ ਮਨ ਘਬਰਾਇਆ ਹੋਇਆ ਸੀ। ਸਿੱਖਾਂ ਦੇ ਦਿਲ 'ਚ ਹੌਲ ਉੱਠੇ ਸਨ ਵੀ ਹੁਣ ਕੀ ਬਣੇਗਾ। ਗੁਰੂ ਸਾਹਿਬ ਸ਼ਹੀਦ ਹੋ ਗਏ ਨੇ। ਮਹਾਰਾਜ 9ਵੇਂ ਪਾਤਸ਼ਾਹ ਦੇ ਸ਼ਹੀਦ ਹੋਣ ਤੋਂ ਬਾਅਦ 10ਵੇਂ ਪਾਤਸ਼ਾਹ ਦੀ ਉਮਰ ਛੋਟੀ ਹੈ, ਕੌਣ ਸੰਭਾਲੇਗਾ ਐਡੇ ਵੱਡੇ ਕਾਰਜ ਨੂੰ। ਉਸ ਕਰਕੇ ਮਨ ਬੜਾ ਚਿੰਤਤ ਸੀ ਸਿੱਖਾਂ ਦਾ। ਏਕ ਨਿਸ਼ਾ ਮੈਂ ਸੋਇਓ ਘਰ ਮੈਂ, ਦਿੱਲੀ ਦਾ ਸਿੱਖ ਭਾਈ ਲੱਖੀ ਸ਼ਾਹ ਬਣਜਾਰਾ ਕਹਿੰਦਾ ਇੱਕ ਰਾਤ ਘਰ ਵਿੱਚ ਸੌਂ ਕੇ ਬਹੁਰ ਨ ਬਰਿਓ ਵਿਸਾਲ ਤਿਮਰ ਮੈਂ, ਕਹਿੰਦੇ ਫਿਰ ਔਰੰਗਜ਼ੇਬ ਦਿੱਲੀੋਂ ਚਲਾ ਗਿਆ। ਉਹ ਮੁੜ ਕੇ ਹੁਣ ਦਿੱਲੀ ਦੇ ਵਿੱਚ ਨਹੀਂ ਬੈਠਾ, ਨਹੀਂ ਰਿਹਾ। ਕਿਸੇ ਨੇ ਉਹਨੂੰ ਡਰਾ ਦਿੱਤਾ। ਸਾਧ ਸੰਗਤ ਜੀ, ਭਾਈ ਮਤੀ ਦਾਸ ਜੀ ਨੇ ਰਾਤ ਨੂੰ ਪਲੰਘਾ ਮੂਧਾ ਕਰ ਦਿੱਤਾ ਔਰੰਗਜ਼ੇਬ ਦਾ, ਔਰ ਜਦੋਂ ਔਰੰਗਜ਼ੇਬ ਨੂੰ ਦਰਸ਼ਨ ਹੋਏ ਤਾਂ ਔਰੰਗਜ਼ੇਬ ਦੀਆਂ ਡਾਡਾਂ ਨਿਕਲ ਗਈਆਂ। ਭਾਈ ਸਾਹਿਬ ਕਹਿੰਦੇ ਤੈਨੂੰ ਹੁਣ ਅਸੀਂ ਦਿੱਲੀ 'ਚ ਸੌਣ ਨਹੀਂ ਦੇਣਾ, ਜਦੋਂ ਦਿੱਲੀ 'ਚ ਸੌਵੇਂਗਾ ਫਿਰ ਆਵਾਂਗੇ, ਫਿਰ ਮਾਰਾਂਗੇ। ਸੋ ਅਗਲੇ ਦਿਨ ਤੋਂ ਹੀ ਇਹ ਚਲਾ ਗਿਆ ਦਿੱਲੀ ਛੱਡ ਕੇ। ਵਹਿਰ ਬਾਗ ਮੈਂ ਮੰਦਰ ਕੋਈ, ਸ਼ਹਿਰ ਤੋਂ ਬਾਹਰ ਦੂਰ ਕਿਲੇ ਤੋਂ ਕੋਈ ਬਾਗ ਵਿੱਚ ਮਕਾਨ ਹੈ, ਉੱਥੇ ਰਹਿੰਦਾ ਹੈ ਹੁਣ ਔਰੰਗਜ਼ੇਬ। ਰਾਤ ਪਰੇ ਤਹਿ ਪਰ ਕੈ ਸੂਈ, ਰਾਤ ਉੱਥੇ ਜਾ ਕੇ ਸੌਂਦਾ ਹੈ। ਕਿਲੇ ਵਿੱਚ ਉਸ ਨੂੰ ਨੀਂਦ ਨਹੀਂ ਆਉਂਦੀ। ਲਾਲ ਕਿਲੇ ਵਿੱਚ ਬੜੇ ਸੋਹਣੇ ਮਹਿਲ ਹਨ, ਪਰ ਉਹ ਖਾਲੀ ਪਏ ਰਹਿੰਦੇ ਹਨ। ਏਕ ਥਾਨ ਨਿਸ ਦੁਤੇ ਨ ਸੋਵੈ, ਇੱਕ ਰਾਤ ਕਿਤੇ, ਇੱਕ ਰਾਤ ਕਿਤੇ, ਇਸ ਤਰ੍ਹਾਂ ਕੱਟਦਾ ਬਾਹਰ ਬਾਗਾਂ ਵਿੱਚ ਜਾ ਕੇ। ਥਲ ਨਵੀਨ ਬਸਬੇ ਹਿਤ ਜੋਵੈ, ਰੋਜ਼ ਨਵੀਂ ਥਾਂ ਲੱਭਦਾ, ਕਿਉਂਕਿ ਜਿੱਥੇ ਵੀ ਜਾਂਦਾ ਦਿੱਲੀ ਦੇ ਆਲੇ ਦੁਆਲੇ ਉੱਥੇ ਵੀ ਉਹਨੂੰ ਸ਼ਹੀਦ ਸਿੰਘ ਤੰਗ ਕਰਦੇ ਹਨ। ਦਿਨ ਪ੍ਰਤ ਉਦੇ ਦੁਰਗ ਮਹਿ ਬਰੈ, ਜਦੋਂ ਸੂਰਜ ਚੜ੍ਹਦਾ ਉਦੋਂ ਕਿਲੇ 'ਚ ਆਉਂਦਾ ਔਰੰਗਜ਼ੇਬ। ਸਵੇਰੇ ਆ ਕੇ ਕਚਹਿਰੀ ਲਾ ਕੇ 2-4 ਘੰਟੇ ਬਹਿ ਕੇ ਫਿਰ ਬਾਹਰ ਬਾਗਾਂ ਵਿੱਚ ਚਲਾ ਜਾਂਦਾ ਹੈ। ਰਾਜ ਸਾਜ ਕੋ ਕਾਰਜ ਕਰੈ, ਰਾਜ ਸਾਜ ਦੇ ਕੰਮ ਕਰਦਾ ਤਾਂ ਹੈ, ਪਰ ਕਿਲੇ ਵਿੱਚ ਸਾਰਾ ਦਿਨ ਰਹਿ ਕੇ ਸ਼ਾਮ ਨੂੰ ਕਿਤੇ ਹੋਰ ਜਾ ਸੌਂਦਾ ਹੈ। ਰੈ ਜਾਮਨੀ ਨਿਕਸ ਸਿਧਾਰੈ, ਰਾਤ ਪੈਂਦੀ ਹੈ ਕਿਤੇ ਦੂਰ ਚਲਾ ਜਾਂਦਾ ਹੈ। ਸੁਤਿਆਨ ਥਾਨ ਦਰ ਧਾਰੈ, ਡਰਦਾ ਮਾਰਾ ਸ਼ਹੀਦਾਂ ਸਿੰਘਾਂ ਤੋਂ ਕਿਸੇ ਹੋਰ ਥਾਂ ਤੇ ਸੌਂਦਾ ਹੈ, ਕਿਲੇ ਵਿੱਚ ਨਹੀਂ ਸੌਂਦਾ। ਕਿਉਂਕਿ ਭਾਈ ਮਤੀ ਦਾਸ ਜੀ ਨੇ ਕਿਹਾ ਸੀ ਜੇ ਤੂੰ ਕੱਲ ਨੂੰ ਕਿਲੇ 'ਚ ਸੌਏਗਾ ਫਿਰ ਵੀ ਤੈਨੂੰ ਇਸੇ ਤਰ੍ਹਾਂ ਹੀ ਤੰਗ ਕਰਾਂਗੇ, ਇੱਦਾਂ ਹੀ ਮਾਰਾਂਗੇ ਤੈਨੂੰ, ਨਾ ਤੈਨੂੰ ਜੀਣ ਦਿਆਂਗੇ ਨਾ ਤੈਨੂੰ ਮਰਨ ਦਿਆਂਗੇ।
ਐਸੀ ਹਾਲਤ ਤੇਰੀ ਕਰ ਦਿਆਂਗੇ। ਡਰਦਾ ਮਾਰਾ ਹੁਣ ਕਿਲੇ 'ਚ ਨਹੀਂ ਰਾਤ ਰਹਿੰਦਾ। ਜਾਨੀ ਪਰੈ ਚੜੈ ਕਿਤ ਦੇਸ। ਲੱਗਦਾ ਹੈ ਕਿਤੇ ਹੋਰ ਦੂਰ ਚਲਾ ਜਾਏਗਾ। ਹੁਣ ਇੱਥੋਂ ਦਿੱਲੀ 'ਚ ਨਹੀਂ ਰਹੇਗਾ, ਇਹ ਕਿਤੋਂ ਕਿਸੇ ਬਹਾਨੇ ਨਾਲ ਦਿੱਲੀ ਤੋਂ ਬਾਹਰ ਦੂਰ ਕਿਤੇ ਜਾਏਗਾ। ਤਿਆਰੀ ਧਾਰੈ ਹਿਰਦੈ ਹਮੇਸ਼। ਇਹ ਰੋਜ਼ ਤਿਆਰੀਆਂ ਕਰਦਾ ਰਹਿੰਦਾ ਹੈ, ਕੋਈ ਬਹਾਨਾ ਲੱਭ ਰਿਹਾ ਹੈ। ਬਹਾਨਾ ਮਿਲਦਿਆਂ ਸਾਰ ਇਸ ਨੇ ਦਿੱਲੀ ਛੱਡ ਜਾਣੀ ਹੈ। ਦਿਲਵਾਲੀ ਸਿੱਖਣ ਜਬ ਕਹਿਓ। ਜਦੋਂ ਦਿੱਲੀ ਵਾਲੇ ਸਿੱਖਾਂ ਨੇ ਇਹ ਔਰੰਗਜ਼ੇਬ ਦੀ ਦੁਰਦਸ਼ਾ ਦੱਸੀ, ਉਹਦੀ ਮੰਦਹਾਲੀ ਦਾ ਬਿਆਨ ਕੀਤਾ, ਤਬ ਕਿਰਪਾਲ ਚਿੱਤ ਸੰਸੈ ਲਹਿਓ। ਤਾਂ ਮਾਮਾ ਕਿਰਪਾਲ ਚੰਦ ਜੀ ਮਨ ਵਿੱਚ ਸੰਸਾ ਕਰ ਗਏ। ਬੂਝਣ ਲਗਿਓ ਕਹੋ ਸਭ ਬਾਤੀ। ਮਾਮਾ ਕਿਰਪਾਲ ਚੰਦ ਜੀ ਪੁੱਛਦੇ ਨੇ, ਭਾਈ ਸਾਰੀ ਗੱਲ ਦੱਸੋ। ਬਾਤਕ ਕਰਮਾ ਕਿਤਹੁ ਪ੍ਰਿਆਤੀ। ਇਹ ਪਾਪੀ ਕਿੱਧਰ ਜਾ ਰਿਹਾ ਹੈ? ਇਹਨੇ ਇੱਥੋਂ ਦਿੱਲੀ ਤੋਂ ਜਾਣਾ ਕਿਹੜੇ ਪਾਸੇ ਹੈ? ਪੂਰਬ ਦੱਖਣ ਪશ્ਚਮ ਔਰ। ਕਿਉਂਕਿ ਪੂਰਬ ਦੱਖਣ ਪੱਛਮ ਬਹੁਤ ਵੱਡਾ ਹਿੰਦੁਸਤਾਨ ਹੈ। ਕਾਜ ਜੰਗ ਕੋ ਭਾਕਿਤ ਜੋਰ। ਕਿਤੇ ਜੰਗ ਦਾ ਕੰਮ ਹੋਵੇ ਤਾਂ ਹੀ ਜਾਏਗਾ, ਲੜਾਈ ਦਾ ਬਹਾਨਾ ਬਣੇਗਾ ਤਾਂ ਜਾਏਗਾ। ਇਸ ਤੇ ਦੁਸ਼ਟ ਆਪ ਪ੍ਰਸਥਾਨੈ। ਹਾਂ, ਕੋਈ ਲੜਾਈ ਦਾ ਕੋਈ ਹੈ ਇਹੋ ਜਿਹਾ ਮਾਹੌਲ ਕਿ ਇਹ ਆਪ ਦਿੱਲੀ ਛੱਡ ਕੇ ਚਲਾ ਜਾਵੇ। ਇਸ ਕੋ ਸਤਿਗੁਰ ਸਭ ਕਿਛ ਹਾਨੈ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਇਹਦਾ ਹੁਣ ਸਤਿਗੁਰੂ ਜੀ ਨੇ ਸਾਰਾ ਕੁਝ ਹੀ ਖਤਮ ਕਰ ਦੇਣਾ। ਇਹਦਾ ਤਪ ਤੇਜ ਪ੍ਰਭਾਵ ਭਗਤੀ ਜੋ ਇਹਨੇ ਕੀਤੀ ਸੀ ਉਹ ਸਭ ਨਸ਼ਟ ਹੋ ਜਾਏਗੀ। ਸਭ ਕਰ ਜੋਰ ਕਹੈ ਦਿਲਵਾਲੀ। ਤਾਂ ਦਿੱਲੀ ਵਾਲੇ ਸਿੱਖਾਂ ਨੇ ਹੱਥ ਜੋੜ ਕੇ ਮਾਮਾ ਕਿਰਪਾਲ ਚੰਦ ਜੀ ਨੂੰ, ਕਲਗੀਧਰ ਪਾਤਸ਼ਾਹ ਜੀ ਨੂੰ, ਸਾਰੀ ਸੰਗਤ ਨੂੰ ਸੁਣਾਇਆ। ਸੁਣੋ ਪ੍ਰਸੰਗ ਵਿਸਾਲ ਕੋ ਚਾਲੀ। हे ਮਹਾਰਾਜ, ਇਸ ਪਾਪੀ ਦਾ ਪ੍ਰਸੰਗ ਸੁਣੋ, ਇਹ ਬੜਾ ਹੀ ਕੁਚਾਲ ਭੈੜੀਆਂ ਚਾਲਾਂ ਚੱਲਣ ਵਾਲਾ ਹੈ। ਸ਼ਾਹ ਜਹਾਂ ਜਾਨਤ ਸੁਬਨੀਤ। ਇਹਦਾ ਪਿਓ ਸ਼ਾਹਜਹਾਨ ਫਿਰ ਵੀ ਸਿਆਣਾ ਸੀ, ਰਾਜਨੀਤੀ ਜਾਣਦਾ ਸੀ। ਵਰਤਤ ਰਹਿਓ ਆਪ ਜਿਮਨੀਤ। ਉਹ ਗੁਰੂ ਘਰ ਦੀ ਮਹਿਮਾ ਜਾਣ ਚੁੱਕਾ ਸੀ। 4 ਵਾਰੀ 6ਵੇਂ ਪਾਤਸ਼ਾਹ ਨਾਲ ਜੰਗ ਲੜ ਕੇ ਹਾਰ ਗਿਆ ਸੀ। ਇਸ ਕਰਕੇ ਫਿਰ ਉਹ ਗੁਰੂ ਘਰ ਨਾਲ ਸਹੀ ਤਰੀਕੇ ਨਾਲ ਵਰਤਦਾ ਰਿਹਾ ਹੈ। ਸੋ ਗਹਿਲੀਨ ਕੈਦ ਕਰ ਰਾਖਾ। ਸ਼ਾਹਜਹਾਨ ਨੂੰ ਵੀ ਇਸ ਔਰੰਗਜ਼ੇਬ ਨੇ ਕੈਦ ਕਰਕੇ ਜੇਲ੍ਹ 'ਚ ਪਾ ਦਿੱਤਾ, ਆਗਰੇ ਦੇ ਕਿਲੇ 'ਚ ਕੈਦ ਕਰ ਦਿੱਤਾ। ਮਰਨ ਸਮੇਂ ਇਸਕੇ ਸੰਗ ਭਾਖਾ। ਔਰ ਸ਼ਾਹਜਹਾਨ ਨੇ ਮਰਨ ਵੇਲੇ ਔਰੰਗਜ਼ੇਬ ਨੂੰ ਆਖਿਆ, ਜੇ ਤੱਕ ਲੈ ਅਬ ਦਰਬ ਸਿਪਾਹੀ। ਕਿ ਹੁਣ ਜਿੰਨੀ ਤਨਖਾਹ ਸਿਪਾਹੀ ਲੈਂਦੇ ਨੇ, ਸਿਪਾਹੀਆਂ ਨੂੰ ਜਿੰਨੇ ਪੈਸੇ ਦਿੰਦਾ ਹੈ, ਇਸ ਤੇ ਘਾਟ ਕਰੋ ਕਬ ਨਾਹੀ। ਕਿ ਇਸ ਤੋਂ ਤਨਖਾਹ ਘਟਾਈ ਨਾ ਸਿਪਾਹੀਆਂ ਦੀ। ਫੌਜ ਦੀ ਤਨਖਾਹ ਘਟਾਣੀ ਨਹੀਂ ਚਾਹੀਦੀ, ਤਾਂ ਹੀ ਫੌਜੀ ਬੜੀ ਇਮਾਨਦਾਰੀ ਨਾਲ ਲੜਦੇ ਹਨ। ਸੋ ਕਦੀ ਵੀ ਆਪਣੀ ਫੌਜ ਦੀ ਤਨਖਾਹ ਨਾ ਘਟਾਈ। ਔਰੰਗਜ਼ੇਬ ਇਸ ਗੱਲ ਦਾ ਖਿਆਲ ਰੱਖੀ। ਹਿੰਦੂ ਧਰਮ ਕੋ ਨਹੀਂ ਵਿਗਾਰ ਹੋ। ਤੇ ਹਿੰਦੂਆਂ ਨਾਲ ਵਿਗਾੜ ਨਾ ਪਾਈ। ਹਿੰਦੂ ਜਿਵੇਂ ਵੀ ਚੱਲਦੇ ਨੇ ਚੱਲੀ ਜਾਣ ਦੇ। ਦੇਸ਼ ਵਿੱਚ ਪ੍ਰਜਾ ਹਿੰਦੂਆਂ ਦੀ ਜ਼ਿਆਦਾ ਹੈ, ਬਹੁ ਗਿਣਤੀ ਹੈ, ਇਸ ਕਰਕੇ ਬਹੁ ਗਿਣਤੀ ਨਾਲ ਵਿਗਾੜ ਨਾ ਪਾਈ। ਹਿੰਦੂ ਧਰਮ ਨਾਲ ਮੱਥਾ ਨਾ ਲਾਈ। ਸਮ ਦੋਨੋਂ ਕੋ ਪ੍ਰਤਪਾਰ ਹੋ। ਜਿਵੇਂ ਮੁਸਲਮਾਨਾਂ ਦੀ ਪਾਲਣਾ ਕਰਦਾ ਹੈ, ਇਵੇਂ ਹੀ ਹਿੰਦੂਆਂ ਦੀ ਵੀ ਪਾਲਣਾ ਕਰੀ। ਬਾਦਸ਼ਾਹ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹ ਕਿਸੇ ਦੇ ਧਰਮ 'ਚ ਦਖਲ ਨਹੀਂ ਦਿੰਦਾ। ਜਿਵੇਂ ਜਿਵੇਂ ਕਿਸੇ ਦਾ ਧਰਮ ਹੈ ਉਹਨੂੰ ਆਪਣੇ ਧਰਮ 'ਚ ਰਹਿਣ ਦੇਵੀਂ। ਤਾਨੇ ਸ਼ਾਹ ਜੋ ਦੱਖਣ ਮਾਹੀ। ਉਧਰ ਜਿਹੜਾ ਦੱਖਣ ਦੇ ਵਿੱਚ ਤਾਨੇ ਸ਼ਾਹ ਇੱਕ ਸੂਬਾ ਹੈ, ਬਾਦਸ਼ਾਹ ਹੈ, ਹੈਦਰਾਬਾਦ ਦਾ ਨਿਜ਼ਾਮ ਹੈ। ਕਬ ਮੁਹਿੰਮ ਤਿਸ ਪਰ ਕਰ ਨਾਹੀ। ਉਹਦੇ ਉੱਤੇ ਵੀ ਕਦੀ ਮੁਹਿੰਮ ਨਾ ਚੜਾਈ, ਕਿਉਂਕਿ ਉਹਦੀ ਤਾਕਤ ਬਹੁਤ ਜ਼ਿਆਦਾ ਹੈ ਹੈਦਰਾਬਾਦ ਦੇ ਤਾਨਾਸ਼ਾਹ ਦੀ। ਔਰੰਗਜ਼ੇਬ ਤੇਰੀ ਇੰਨੀ ਪਾਇਆ ਨਹੀਂ ਵੀ ਤੂੰ ਗੋਲਕੁੰਡਾ ਕਿਲਾ ਛੇਤੀ ਕੀਤਿਆਂ ਫਤਿਹ ਕਰ ਲਵੇਂ। ਇਸ ਕਰਕੇ ਹੈਦਰਾਬਾਦ ਦੇ ਨਿਜ਼ਾਮ ਨਾਲ ਵੀ ਵਿਗਾੜ ਨਾ ਪਾਈ, ਉਹਦੇ ਉੱਤੇ ਹਮਲਾ ਨਾ ਕਰੀ। ਯਾਦਕ ਕੁਛ ਔਰ ਬਤਾਈ। ਇਸ ਤਰ੍ਹਾਂ ਬਾਦਸ਼ਾਹ ਨੇ, ਸ਼ਾਹਜਹਾਨ ਨੇ ਮਰਦੇ ਸਮੇਂ ਕੁਝ ਗੱਲਾਂ ਹੋਰ ਵੀ ਦੱਸੀਆਂ। ਇੱਕ ਤਾਂ ਇਹ ਆਖਿਆ ਵੀ ਸਿਪਾਹੀਆਂ ਦੀ ਤਨਖਾਹ ਨਾ ਘਟਾਈ, ਇੱਕ ਹਿੰਦੂਆਂ ਨਾਲ ਨਾ ਵਿਗਾੜੀ, ਇੱਕ ਹੈਦਰਾਬਾਦ ਦੇ ਨਿਜ਼ਾਮ ਨਾਲ ਝਗੜਾ ਨਾ ਕਰੀ। ਇਸ ਤਰ੍ਹਾਂ ਦੀਆਂ ਹੋਰ ਵੀ ਕੁਝ ਨਸੀਹਤਾਂ ਕਰਕੇ ਮਰ ਗਿਆ। ਕਿਸ ਹਿਤ ਲਿਖੋ ਪ੍ਰਸੰਗ ਵਧਾਈ। ਕਵੀ ਜੀ ਕਹਿੰਦੇ ਨਾਲੇ ਮੈਨੂੰ ਬਹੁਤੇ ਪ੍ਰਸੰਗ ਵਧਾ ਕੇ ਲਿਖਣ ਦੀ ਵੀ ਲੋੜ ਨਹੀਂ। ਸੁਣ ਕਰ ਪਦਰ ਬਾਕ ਖੁਨਸਾਇਓ। ਕਹਿੰਦੇ ਪਿਓ ਦੀ ਗੱਲ ਸੁਣ ਕੇ ਔਰੰਗਜ਼ੇਬ ਖਿਝ ਗਿਆ, ਖੁਣਸ ਖਾ ਗਿਆ। ਜਿਹੜੀ ਉਹਨੇ ਚੰਗੀ ਸਿੱਖਿਆ ਦਿੱਤੀ ਸੀ
ਉਹਦੀ ਚੰਗੀ ਸਿੱਖਿਆ ਸੁਣ ਕੇ ਉਹਨੂੰ ਮਾੜੀ ਮੰਨ ਬੈਠਾ। ਬੁਝੋ ਕਹਾਂ ਦੋਸ਼ ਲੱਖ ਪਾਉ। ਆਪਣੇ ਪਿਓ ਨੂੰ ਪੁੱਛਣ ਲੱਗਾ, ਕਹਿੰਦਾ ਅੱਬਾ ਜਾਨ ਇਹਦੇ ਵਿੱਚ ਕੀ ਦੋਸ਼ ਹੈ? ਜਿਹੜੀਆਂ ਗੱਲਾਂ ਤੋਂ ਤੂੰ ਮੈਨੂੰ ਰੋਕ ਰਿਹਾ ਹੈ ਇਹ ਤਾਂ ਕਰਨ ਵਾਲੀਆਂ ਜ਼ਰੂਰੀ ਗੱਲਾਂ ਹਨ। ਜੋ ਵਰਜੀ ਤੈਸੇ ਸਭ ਕਰਹੂੰ। ਜਿਵੇਂ ਤੂੰ ਮੈਨੂੰ ਰੋਕਿਆ ਮੈਂ ਉਵੇਂ ਹੀ ਕਰਾਂਗਾ, ਮੈਂ ਤੇਰੇ ਉਲਟ ਚੱਲਾਂਗਾ। ਆਪਣੇ ਪਿਓ ਨੂੰ ਕਹਿ ਦਿੱਤਾ, ਜਗ ਕੋ ਨਿਜ ਮਰਜ਼ੀ ਅਨੁਸਾਰ ਹੂੰ। ਮੈਂ ਤੇ ਦੁਨੀਆ ਨੂੰ ਆਪਣੀ ਮਰਜ਼ੀ ਨਾਲ ਚਲਾਣਾ ਹੈ, ਮੈਂ ਰਾਜਨੀਤੀ ਦੇ ਹਿਸਾਬ ਨਾਲ ਨਹੀਂ ਚਲਾਣਾ। ਮੈਂ ਤੇ ਆਪਣੀ ਮਨ ਆਈ ਕਰਨੀ। ਜੇ ਮੇਰੇ ਹੱਥ ਤਾਕਤ ਆਈ ਹੈ ਤਾਂ ਮੈਂ ਹਿੰਦੁਸਤਾਨ ਨੂੰ ਦੱਸ ਦੇਣਾ ਵੀ ਮੇਰਾ ਨਾਂ ਔਰੰਗਜ਼ੇਬ ਹੈ ਤੇ ਮੈਂ ਦੁਨੀਆ ਤੋਂ ਵੱਖਰੇ ਕੰਮ ਕਰਾਂਗਾ। ਸੁਣ ਤਬ ਸ਼ਾਹਜਹਾਂ ਸਮਝਾਈ। ਸੁਣ ਕੇ ਸ਼ਾਹਜਹਾਨ ਨੇ ਸਮਝਾਇਆ, ਪੁੱਤਰ ਇਹ ਗੱਲਾਂ ਰਾਜਨੀਤੀ ਨਾਲ ਹੀ ਚੱਲਦੀਆਂ ਨੇ। ਰਾਜ ਨੂੰ ਰਾਜਨੀਤੀ ਦੇ ਹਿਸਾਬ ਨਾਲ ਹੀ ਚਲਾਉਣਾ ਚਾਹੀਦਾ। ਰਾਜ ਮਨਮਾਨੀਆਂ ਨਾਲ ਨਹੀਂ ਚੱਲਿਆ ਕਰਦੇ। ਜੇ ਤੂੰ ਕਰਹਿ ਬਿਗੜ ਅਸ ਜਾਈ। ਜੇ ਤੂੰ ਇਸ ਤਰ੍ਹਾਂ ਕਰੇਗਾ ਤੇ ਬਹੁਤ ਕੰਮ ਵਿਗੜ ਜਾਏਗਾ, ਤੇਰੇ ਕੋਲੋਂ ਰਾਜ ਸੰਭਾਲਿਆ ਨਹੀਂ ਜਾਏਗਾ। ਨੌਕਰਾਂ ਜੇ ਧਨ ਦੇ ਥੋੜਾ। ਜੇ ਸਿਪਾਹੀਆਂ ਨੂੰ ਤਨਖਾਹ ਨੌਕਰਾਂ ਨੂੰ ਘੱਟ ਦਈਏ। ਥੁਰ ਜਹ ਜਿਨ ਲਾਭ ਨ ਔਰਾ। ਉਹ ਫਿਰ ਹੌਲੇ ਹੌਲੇ ਨੌਕਰੀਆਂ ਛੱਡ ਜਾਂਦੇ ਨੇ ਤੇ ਫੌਜ ਵਿੱਚ ਭਰਤੀ ਨਹੀਂ ਹੁੰਦੇ, ਕਿਉਂਕਿ ਜਿੱਥੇ ਲੋਕਾਂ ਨੂੰ ਲਾਭ ਹੁੰਦਾ ਉੱਥੇ ਹੀ ਲੋਕ ਜਾਂਦੇ ਨੇ। ਕੋਈ ਵੀ ਇਨਸਾਨ ਹੈ, ਕੋਈ ਵੀ ਕੰਮ ਕਰਦਾ ਕਿਸੇ ਲਾਲਚ ਨਾਲ ਹੀ ਕਰਦਾ। ਜੇ ਉਹਦਾ ਲਾਲਚ ਪੂਰਾ ਨਾ ਹੋਵੇ ਉਹ ਕੰਮ ਛੱਡ ਦਿੰਦਾ ਹੈ। ਇਸ ਤਰ੍ਹਾਂ ਜੇ ਫੌਜ ਦੀ ਤਾਕਤ ਬਣਾ ਕੇ ਰੱਖਣੀ ਹੈ ਤਾਂ ਫੌਜੀਆਂ ਦੀ ਤਨਖਾਹ ਘਟਾਉਣ ਬਾਰੇ ਨਾ ਸੋਚੀ। ਤਿਨਕੇ ਪੁੱਤਰ ਇਲਮ ਬਿਨ ਰਹੇ। ਔਰ ਜੇ ਸਿਪਾਹੀਆਂ ਨੂੰ ਤਨਖਾਹ ਨਾ ਮਿਲੇ, ਨੌਕਰਾਂ ਨੂੰ ਚੰਗੀ ਉਹਨਾਂ ਦੀ ਪਗਾਰ ਨਾ ਮਿਲੇ ਤਾਂ ਉਹਨਾਂ ਦੇ ਬੱਚੇ ਅਨਪੜ੍ਹ ਰਹਿ ਜਾਂਦੇ ਹਨ। ਅਨਪੜ੍ਹ ਜਿਹੜੀ ਜਨਤਾ ਹੈ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਤਰੱਕੀ ਨਹੀਂ ਕਰ ਸਕਦੀ। ਖੈਬੇ ਹਿਤ ਜੀਵ ਕਾ ਚਾਹੈ। ਕਿਉਂਕਿ ਹਰ ਇੱਕ ਬੰਦੇ ਨੂੰ ਰੋਟੀ ਚਾਹੀਦੀ ਹੈ ਤੇ ਅਨਪੜ੍ਹਤਾ ਵੀ ਜਿਹੜੀ ਹੈ ਉਹ ਬਹੁਤ ਸਾਰੇ ਉਪਦਰਵ ਕਰਾ ਦਿੰਦੀ ਹੈ। ਚੋਰੀਆਂ, ਡਾਕੇ, ਖੂਨ ਖਰਾਬੇ ਦੇਸ਼ ਵਿੱਚ ਵਾਪਰਦੇ ਰਹਿੰਦੇ ਹਨ, ਕਿਉਂਕਿ ਕਮਾਈ ਦਾ ਸਾਧਨ ਜਿਹੜਾ ਹੁੰਦਾ ਉਦੋਂ ਉਸ ਅਨਪੜ੍ਹ ਬੰਦੇ ਨੂੰ ਚੋਰੀ ਡਾਕਾ ਹੀ ਨਜ਼ਰ ਆਉਂਦਾ। ਉਸ ਨੂੰ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਲੱਭਦਾ। ਪੜ੍ਹੇ ਲਿਖੇ ਬੰਦੇ ਸੋਚ ਸਮਝ ਕੇ ਸਮਾਜ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਆ। ਇਸ ਕਰਕੇ ਕਦੀ ਵੀ ਆਪਣੀ ਜਨਤਾ ਨੂੰ ਅਨਪੜ੍ਹ ਨਾ ਰੱਖੀ, ਆਪਣੀ ਜਨਤਾ ਨੂੰ ਗਰੀਬ ਨਾ ਰੱਖੀ। ਜੇ ਤੂੰ ਰਾਜ ਕਰਨਾ ਚਾਹੁੰਦਾ ਹੈ, ਲਗ ਭੈ ਕਾਜ ਕਰਨ ਲਗ ਪਰੈ। ਛੋਟੀ ਉਮਰ ਦੇ ਵਿੱਚ ਹੀ ਬੱਚੇ ਫਿਰ ਕੰਮ ਕਰਨ ਲੱਗ ਜਾਂਦੇ। ਜਿਨ੍ਹਾਂ ਦੇ ਬੱਚੇ ਸਕੂਲੇ ਨਹੀਂ ਪੜ੍ਹਦੇ ਛੋਟੀ ਉਮਰ 'ਚ ਦਿਹਾੜੀਆਂ ਮਜ਼ਦੂਰੀਆਂ ਕਰਨ ਲੱਗ ਜਾਂਦੇ ਆ। ਇਸ ਕਰਕੇ ਉਹ ਪੜ੍ਹ ਨਹੀਂ ਸਕਦੇ। ਬਿਨ ਧਨ ਇਲਮ ਕਹੋ ਕਿਮ ਧਰੈ। ਬਿਨਾਂ ਪੈਸੇ ਦੇ ਬੱਚੇ ਨਹੀਂ ਪੜ੍ਹਾਏ ਜਾਂਦੇ ਤੇ ਜੇ ਬੱਚੇ ਨਾ ਪੜ੍ਹਨ ਤੇ ਦੇਸ਼ ਦਾ ਭਵਿੱਖ ਖਤਰੇ 'ਚ ਪੈ ਜਾਂਦਾ ਹੈ। ਮੂਰਖ ਰਹਿ ਦੋਸ਼ ਇਹ ਭਾਰੋ। ਉਹ ਬੱਚੇ ਅਨਪੜ੍ਹ ਰਹਿੰਦੇ ਆ, ਮੂਰਖ ਰਹਿੰਦੇ ਆ, ਇਹਦਾ ਬੜਾ ਵੱਡਾ ਦੋਸ਼ ਲੱਗਦਾ ਹੈ। ਜਾਂ ਤੇ ਘਾਟ ਕਰਨ ਨਹਿ ਧਾਰੋ। ਇਸ ਕਰਕੇ ਕਦੀ ਵੀ ਤਨਖਾਹ ਆਪਣੇ ਸਿਪਾਹੀਆਂ ਦੀ, ਆਪਣੇ ਫੌਜੀਆਂ ਦੀ ਘਟਾਉਣ ਬਾਰੇ, ਆਪਣੇ ਨੌਕਰਾਂ ਚਾਕਰਾਂ ਦੀ, ਸਾਰੇ ਹੀ ਮਹਿਕਮਿਆਂ ਦੀ ਕਦੀ ਵੀ ਤਨਖਾਹ ਨਾ ਘਟਾਈ। ਉਹਨਾਂ ਦੀ ਤਨਖਾਹ ਵਧਾ ਚੜ੍ਹਾ ਕੇ ਦੇਵੀਂ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਲਈ ਚੰਗੇ ਪੜ੍ਹੇ ਲਿਖੇ ਇਨਸਾਨ ਪੈਦਾ ਕਰ ਸਕਣ। ਹਮ ਅਬ ਆਪਣੇ ਰਾਜ ਮਝਾਰੀ। ਅਸੀਂ ਹੁਣ ਆਪਣੇ ਰਾਜ ਦੇ ਵਿੱਚ ਦੇ ਹਿੰਦੂ ਕੋ ਧਰਮ ਵਿਗਾਰੀ। ਹਿੰਦੂਆਂ ਦਾ ਧਰਮ ਵਿਗਾੜਾਂਗੇ ਤਾਂ ਵੀ ਉਹ ਸਾਡੇ ਦੁਸ਼ਮਣ ਬਣ ਜਾਣਗੇ। ਸਮਾਂ ਪਾਏ ਹੋਏ ਹਿੰਦੂ ਰਾਜੇ। ਸਮਾਂ ਪਾ ਕੇ ਹੋ ਸਕਦਾ ਹਿੰਦੂ ਰਾਜੇ ਬਣ ਜਾਣ। ਅੱਜ ਤਾਂ ਮੁਸਲਮਾਨਾਂ ਦਾ ਰਾਜ ਹੈ, ਕੋਈ ਪਤਾ ਨਹੀਂ ਹਿੰਦੂ ਕਿਸੇ ਤਰੀਕੇ ਨਾਲ ਪਾਸਾ ਪਲਟ ਦੇਣ, ਹਿੰਦੁਸਤਾਨ ਦੇ ਉੱਤੇ ਰਾਜ ਕਰਨ ਲੱਗ ਜਾਣ। ਕਰਹਿ ਸੁ ਤੁਰਕਨ ਸੰਗ ਕੋ ਕਾਜੀ। ਫਿਰ ਉਹ ਮੁਸਲਮਾਨਾਂ ਨਾਲ ਧੱਕਾ ਕਰਨਗੇ, ਮੁਸਲਮਾਨਾਂ ਨੂੰ ਪਰੇਸ਼ਾਨ ਕਰਨਗੇ, ਮੁਸਲਮਾਨਾਂ ਦੀਆਂ ਮਸੀਤਾਂ ਢਾਣਗੇ, ਮੁਸਲਮਾਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਜ਼ਬਰਦਸਤੀ ਹਿੰਦੂ ਬਣਾਉਣਗੇ। ਇਸ ਤਰ੍ਹਾਂ ਦੀਆਂ ਹਰਕਤਾਂ ਹੋਣਗੀਆਂ ਤੇ ਸਮਾਜ ਵਿੱਚ ਦੁਸ਼ਮਣੀ, ਵੈਰ ਵਿਰੋਧ ਬਣਿਆ ਰਹੇਗਾ। ਤਾਨੇਸ਼ਾਹ ਬਣਿਓ ਜੇ ਰਹੇ। ਤੀਜੀ ਗੱਲ ਤਾਨੇਸ਼ਾਹ ਵਾਲੀ, ਜੇ ਤਾਨੇਸ਼ਾਹ ਬਣਿਆ ਰਹਿੰਦਾ ਹੈ ਸ਼ਾਹਨਸ਼ਾਹ ਹਮੇ ਸਭ ਕਹੇ ਤਾਂ ਸਾਨੂੰ ਲੋਕ ਸ਼ਹਿਨਸ਼ਾਹ ਕਹਿਣਗੇ, ਉਹਨੂੰ ਸ਼ਾਹ ਕਹਿਣਗੇ ਤਾਨੇਸ਼ਾਹ, ਤੇ ਉਹਨਾਂ ਦਾ ਸ਼ਾਹ ਯਾਨੀ ਰਾਜਿਆਂ ਦਾ ਵੀ ਰਾਜਾ, ਮਹਾਰਾਜਾ ਜਾਂ ਸ਼ਹਿਨਸ਼ਾਹ ਉਹ ਅਸੀਂ ਹੋਵਾਂਗੇ। ਤੇ ਜੇ ਕੋਈ ਸ਼ਾਹ ਹੀ ਨਾ ਰਿਹਾ ਤੇ ਫਿਰ ਸ਼ਾਹਾਂ ਦਾ ਸ਼ਾਹ ਕੌਣ ਹੋਇਆ? ਫਿਰ ਆਪਾਂ ਸ਼ਾਹ ਹੀ ਰਹਿ ਜਾਵਾਂਗੇ। ਇਸ ਗੱਲ ਦਾ ਵੀ ਖਿਆਲ ਰੱਖੋ
ਵੀ ਆਪਣੇ ਤੋਂ ਛੋਟੇ ਨੂੰ ਉਹਨੂੰ ਖਤਮ ਨਾ ਕਰੋ। ਜੇ ਉਹ ਛੋਟਾ ਹੈ ਤਾਂ ਅਸੀਂ ਵੱਡੇ ਆ, ਜੇ ਛੋਟਾ ਨਾ ਰਵੇ ਅਸੀਂ ਰਹੀਏ ਇਕੱਲੇ ਤਾਂ ਫਿਰ ਸਾਡੇ ਤੋਂ ਵੱਡਾ ਵੀ ਕੋਈ ਹੋ ਸਕਦਾ ਹੈ। ਅਸੀਂ ਆਪਣੀ ਰਾਜਨੀਤੀ ਦੇ ਹਿਸਾਬ ਨਾਲ ਚੱਲੀਏ ਤਾਂ ਠੀਕ ਰਵਾਂਗੇ। ਇੱਕ ਗੁਣ ਇਹ ਦੂਸਰ ਸੁਨ ਕਾਨ। ਇੱਕ ਤਾਂ ਇਹ ਕਾਰਨ ਹੈ, ਇੱਕ ਇਹ ਗੁਣ ਹੈ। ਦੂਜੀ ਗੱਲ ਵੀ ਸੁਣ ਲੈ, ਕੋ ਦੱਖਣ ਕੋ ਦੇਸ਼ ਮਹਾਨ। ਜਿਹੜਾ ਦੱਖਣ ਦੇਸ਼ ਹੈ ਨਾ, ਹੈਦਰਾਬਾਦ ਦਾ ਇਲਾਕਾ ਹੈ, ਤਿਤ ਹੀ ਰੋਕ ਰੱਖੈ ਦਲ ਸਾਰੇ। ਜੇ ਆਪਾਂ ਉਧਰ ਲੜਾਈ ਤੇ ਚਲੇ ਗਏ ਤੇ ਸਾਰੀਆਂ ਫੌਜਾਂ ਉਧਰ ਹੀ ਉਲਝੀਆਂ ਰਹਿਣਗੀਆਂ। ਉਧਰ ਉਹਨਾਂ ਦੀ ਦੱਖਣੀ ਲੋਕਾਂ ਦੀ ਆਪਸ ਵਿੱਚ ਵੀ ਬੜੀ ਸਹਿਮਤੀ ਹੈ ਔਰ ਉਹਨਾਂ ਕੋਲ ਤਾਕਤ ਵੀ ਬਹੁਤ ਜ਼ਿਆਦਾ ਹੈ। ਕਈ ਸਾਲ ਲੱਗ ਜਾਣਗੇ ਮਰਾਠਿਆਂ ਨਾਲ ਜਾਂ ਤਾਨਾਸ਼ਾਹ ਨਾਲ ਲੜਦਿਆਂ ਹੋਇਆਂ, ਹੋਰ ਦੱਖਣ ਦੇ ਸੂਬਿਆਂ ਨਾਲ ਲੜਦਿਆਂ ਹੋਇਆਂ ਸਾਡਾ ਬਹੁਤ ਜ਼ੋਰ ਲੱਗ ਜਾਏਗਾ। ਹਮਸੋ ਪਰਹਿਨ ਜੰਗ ਅਖਾਰੇ। ਇੰਨਾ ਲੰਮਾ ਸਮਾਂ ਸਾਡੇ ਕੋਲੋਂ ਜੰਗ ਅਖਾੜੇ ਨਿਭਾਏ ਨਹੀਂ ਜਾਣਗੇ। ਇਤਿਆਦਿਕ ਜੇ ਨੀਤ ਬਣਾਈ। ਇਸ ਤਰ੍ਹਾਂ ਮੈਂ ਰਾਜਨੀਤੀ ਤੈਨੂੰ ਸਮਝਾਈ ਹੈ, ਜਿਹੜੀ ਤੈਨੂੰ ਦੱਸੀ ਹੈ ਗੱਲ, ਉਹ ਮੇਰਾ ਜੀਵਨ ਦਾ ਤਜਰਬਾ ਹੈ। ਤੂੰ ਇਸ ਗੱਲ ਦਾ ਖਿਆਲ ਰੱਖੀ, ਇਹਨਾਂ ਤਿੰਨਾਂ ਗੱਲਾਂ ਤੇ ਪੱਕਾ ਰਵੀਂ। ਕਹੇ ਦੋਸ਼ ਗੁਣ ਤਿੰਨ ਸਮੁਦਾਈ। ਬਾਦਸ਼ਾਹ ਸ਼ਾਹਜਹਾਨ ਨੇ ਮਰਦਿਆਂ ਹੋਇਆਂ ਔਰੰਗਜ਼ੇਬ ਨੂੰ, ਆਪਣੇ ਪੁੱਤਰ ਨੂੰ, ਸਾਰੀਆਂ ਗੱਲਾਂ ਹੋਰ ਵੀ ਚੰਗੀਆਂ ਮਾੜੀਆਂ ਰਾਜਨੀਤੀ ਦੀਆਂ ਸਮਝਾਣੀਆਂ ਚਾਹੀਆਂ। ਉਹਨਾਂ ਮੂਰਖ ਨੇ ਮਨ ਮਾਨੇ। ਪਰ ਆਪਣੇ ਪਿਤਾ ਨਾਲ ਬਣਦੀ ਨਹੀਂ ਸੀ। ਇਸ ਮੂਰਖ ਨੇ ਪਿਓ ਦੀ ਗੱਲ ਨੂੰ ਕੱਟਿਆ, ਉਹ ਗੱਲ ਮੰਨੀ ਨਹੀਂ ਹੈ। ਪਦਰ ਕਹੇ ਉਲਟੇ ਸਭ ਠਾਨੇ। ਜੋ ਪਿਓ ਨੇ ਕਿਹਾ ਉਹਦੇ ਉਲਟਾ ਕੀਤਾ ਸਾਰਾ ਕੁਝ। ਫੌਜ ਦੀ ਤਨਖਾਹ ਘਟਾਈ ਹੈ ਔਰ ਹਿੰਦੂਆਂ ਦੇ ਨਾਲ ਬਹੁਤ ਵੱਡੇ ਵਿਗਾੜ ਪਾਏ ਨੇ ਔਰ ਜਾ ਕੇ ਦੱਖਣ ਦੇ ਬਾਦਸ਼ਾਹ ਨਾਲ ਵੀ ਮੱਥਾ ਲਾਉਣ ਨੂੰ ਫਿਰਦਾ ਹੈ। ਤੇ ਰਜਤ ਪਣ 100 ਦਰਮਾਹਾਂ। ਉਦੋਂ 100 ਰੁਪਈਆ ਮਹੀਨੇ ਦੀ ਤਨਖਾਹ ਹੁੰਦੀ ਸੀ। ਤਬ ਤੇ 60 ਦਿਨ ਲੱਗਦਾ ਹੈ। ਫਿਰ ਇਹ ਘਟਾ ਕੇ 60 ਦੇਣ ਲੱਗ ਪਿਆ। 60 ਚਾਂਦੀ ਦੇ ਰੁਪਈਏ ਦਿੰਦਾ ਰਿਹਾ। ਹਿੰਦੂ ਧਰਮ ਬਹੁ ਨਰਨ ਬਿਗਾਰਾ। ਯਾਨੀ 100 ਦੀ ਜਗ੍ਹਾ ਤੇ 60 ਤਨਖਾਹ ਕਰਤੀ ਤੇ ਹਿੰਦੂਆਂ ਦੇ ਧਰਮ ਵਿੱਚ ਵਿਗਾੜ ਪਾਉਣਾ ਸ਼ੁਰੂ ਕਰ ਦਿੱਤਾ। ਮੂੜ ਨੇ ਕੁਛ ਨਾ ਵਿਚਾਰਾ। ਇਸ ਮਹਾਮੂਰਖ ਨੇ ਕੋਈ ਵਿਚਾਰ ਨਹੀਂ ਕੀਤੀ ਵੀ ਜੋ ਮੈਂ ਕਰ ਰਿਹਾ ਹਾਂ ਇਹਦਾ ਨਤੀਜਾ ਕੀ ਨਿਕਲੇਗਾ। ਅੰਨ੍ਹੇਵਾਹ ਹੀ ਪੁੱਠੇ ਕੰਮ ਕਰਨ ਲੱਗਾ। ਸਤਿਗੁਰ ਕਾਰਨ ਤੇ ਪਛਤਾਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਔਰ ਮੈਂ ਨਹਿ ਸੁਪਤਿਓ ਕਿਸ ਰਾਤੀ। ਇਹ ਹੁਣ ਦਿੱਲੀ ਵਿੱਚ ਸੌਂ ਨਹੀਂ ਸਕਿਆ, ਇੱਕ ਦਿਨ ਵੀ ਸੌਂ ਨਹੀਂ ਸਕਿਆ। ਪਹਿਲੀ ਰਾਤ ਹੀ ਮਘਰ ਸੁਦੀ ਪੰਚਮੀ 11 ਨਵੰਬਰ ਦੀ ਰਾਤ ਨੂੰ ਹੀ ਭਾਈ ਮਤੀ ਦਾਸ ਜੀ ਨੇ ਇਹਨੂੰ ਚਮਤਕਾਰ ਦਿਖਾ ਦਿੱਤਾ, ਪਲੰਘਾ ਮੂਧਾ ਕਰ ਦਿੱਤਾ ਤੇ ਕਹਿ ਦਿੱਤਾ ਵੀ ਜੇ ਤੂੰ ਇੱਥੇ ਸੌਵੇਂਗਾ ਤੇ ਇਸੇ ਤਰ੍ਹਾਂ ਹੀ ਤੇਰੇ ਨਾਲ ਕਰਾਂਗੇ। ਸੋ ਉਸ ਦਿਨ ਦਾ ਡਰਿਆ ਮਾਰਾ ਦਿੱਲੀ 'ਚ ਨਹੀਂ ਸੌਂਦਾ। ਇੱਕ ਦਿਨ ਚੱਲ ਆਇਓ। ਇੱਕ ਦਿਨ ਪੀਰ ਇੱਕ ਇਹਦੇ ਕੋਲ ਆਇਆ ਚੱਲ ਕੇ। ਉਤਰਿਓ ਵਹਿਰ ਤਾਹੇ ਸੁਣ ਪਾਇਓ। ਇਹ ਔਰੰਗਜ਼ੇਬ ਨੂੰ ਪਤਾ ਲੱਗਾ ਵੀ ਮੁਸਲਮਾਨਾਂ ਦਾ ਇੱਕ ਪੀਰ ਬਾਹਰ ਉਤਰਿਆ ਸ਼ਹਿਰ ਤੋਂ ਆ ਕੇ। ਮਿਲਣੇ ਹੇਤ ਨਰੰਗਾ ਗਏ। ਔਰੰਗਜ਼ੇਬ ਉਹਨੂੰ ਮਿਲਣ ਵਾਸਤੇ ਗਿਆ। ਇੱਕ ਰਕੇਬ ਮੋਹਰਨ ਭਰ ਲਿਓ। ਇੱਕ ਸੋਨੇ ਦੀਆਂ ਮੋਹਰਾਂ ਦੀ ਥਾਲ ਭਰ ਕੇ ਰਕੇਬ ਭਰ ਕੇ ਲੈ ਗਿਆ। ਇਹ ਵਿਖੇ ਜਵਾਹਰ ਪਾਈ। ਦੂਜੀ ਰਕੇਬ 'ਚ ਹੀਰੇ ਮੋਤੀ ਜਵਾਹਰਾਤ ਲੈ ਗਿਆ। ਪੀਰ ਅਗਾਰੀ ਧਰੇ ਬਣਾਏ। ਜਾ ਕੇ ਪੀਰ ਦੇ ਅੱਗੇ ਭੇਟਾ ਰੱਖੀ। ਕਰ ਸਲਾਮ ਬੈਠਿਓ ਤਿਸ ਪਾਸ। ਸਲਾਮ ਕਰਕੇ ਬੈਠ ਗਿਆ ਪੀਰ ਦੇ ਚਰਨਾਂ ਵਿੱਚ। ਕਰਿਓ ਬਤਾਵਨ ਆਪਣੋ ਤਰਾਸ। ਅਤੇ ਆਪਣੇ ਦਿਲ ਦਾ ਜਿਹੜਾ ਡਰ ਸੀਗਾ ਉਹ ਦੱਸਿਆ। ਨਿਸਮੈ ਅੰਤਰ ਜਾਏ ਨਾ ਸੋਇਓ। ਹਾਂ, ਕਹਿਣ ਲੱਗਾ ਪੀਰ ਜੀ ਮੈਂ ਰਾਤ ਨੂੰ ਸੌਂਦਾ ਹਾਂ ਜਦੋਂ ਕਿਲੇ ਵਿੱਚ ਤਾਂ ਮੈਨੂੰ ਕੋਈ ਆ ਕੇ ਡਰਾ ਦਿੰਦਾ ਹੈ। ਮੈਨੂੰ ਰਾਤ ਨੂੰ ਕਿਲੇ ਵਿੱਚ ਆਪਣੇ ਘਰ ਵਿੱਚ ਸੌਣ ਦਾ ਆਰਡਰ ਨਹੀਂ ਹੈ। ਮੈਂ ਘਰ ਵਿੱਚ ਸੌ ਨਹੀਂ ਸਕਦਾ, ਮੇਰੇ ਤੋਂ ਸੁੱਤਾ ਨਹੀਂ ਜਾਂਦਾ। ਤੁਮ ਬਿਨ ਅਪਰਨਾ ਪਾਸ ਬਗੋਇਓ। ਤੁਹਾਡੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿਉਂਕਿ ਲੋਕ ਮਖੌਲ ਕਰਨਗੇ। ਗੱਲ ਹੀ ਐਸੀ ਹੈ, ਤੁਸੀਂ ਸਾਡੇ ਮੁਸਲਮਾਨ ਪੀਰ ਹੋ ਤੇ ਤੁਹਾਡੇ ਅੱਗੇ ਮੈਂ ਆਪਣੀ ਸਮੱਸਿਆ ਰੱਖਦਾ ਹਾਂ। ਉਹ ਹੋਏ ਉਪਚਾਰ ਕਿ ਨਹੀਂ। ਇਸ ਬਿਮਾਰੀ ਦਾ ਕੋਈ ਇਲਾਜ ਹੋ ਸਕਦਾ ਕਿ ਨਹੀਂ ਹੋ ਸਕਦਾ। ਇਸ ਤੇ ਬਸਨ ਬਨਹਿ ਪੁਰਮਾਹੀ। ਜਿਹਦੇ ਕਰਕੇ ਮੈਂ ਦਿੱਲੀ ਵਿੱਚ ਰਹਿ ਸਕਾਂ, ਇਸ ਸ਼ਹਿਰ ਵਿੱਚ ਵਸਣਾ ਮੈਨੂੰ ਨਸੀਬ ਹੋਵੇ, ਰਾਜਧਾਨੀ ਵਿੱਚ ਰਵਾਂ ਮੈਂ ਆਪਣੇ ਰਾਜ ਵਿੱਚ। ਪੀਰ ਜੀ ਤੁਹਾਡੇ ਤੋਂ ਸਿਆਣਾ ਪੀਰ ਕੋਈ ਨਹੀਂ ਮੁਸਲਮਾਨਾਂ ਵਿੱਚ।
ਜਿਵੇਂ ਤੁਹਾਨੂੰ ਚੰਗੀ ਲੱਗਦੀ ਹੈ ਉਵੇਂ ਦੱਸੋ, ਮੈਨੂੰ ਮੇਰੇ ਮਸਲੇ ਦਾ ਹੱਲ ਕਰਕੇ ਦੱਸੋ। ਸੁਣਤ ਪੀਰ ਨੇ ਭਲੇ ਵਿਚਾਰਾ, ਉਹ ਪੀਰ ਕਰਾਮਾਤੀ ਪੀਰ ਸੀ, ਕੋਈ ਰਿੱਧੀ ਸਿੱਧੀ ਰੱਖਦਾ ਸੀ। ਉਹਨੇ ਵਿਚਾਰ ਕਰਕੇ ਨੇਤਰ ਮੂੰਦ ਕੌਤਕ ਵਿਖ ਸਾਰਾ, ਅੱਖਾਂ ਬੰਦ ਕਰਕੇ ਧਿਆਨ ਲਾ ਕੇ ਕੌਤਕ ਵੇਖਿਆ। ਮਤੀ ਦਾਸ ਜਿਨ ਬਿਗਨ ਪਸਾਰਾ, ਉਹਨੇ ਵੇਖ ਲਿਆ ਵੀ ਇਹ ਜਿਹੜਾ ਵਿਘਨ ਹੈ ਔਰੰਗਜ਼ੇਬ ਦੇ ਉੱਤੇ ਜਿਹੜਾ ਕਸ਼ਟ ਆ ਰਿਹਾ ਹੈ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਆਨੰਦ ਸੇਵਕ ਭਾਈ ਮਤੀ ਦਾਸ ਵੱਲੋਂ ਆ ਰਿਹਾ ਹੈ। ਭਾਈ ਮਤੀ ਦਾਸ ਨੇ ਇਹਦਾ ਪਲੰਘਾ ਮੂਧਾ ਕਰਕੇ ਇਹਨੂੰ ਡਰਾਇਆ ਹੈ। ਉਨ ਨਿਜ ਅਜਮਤ ਓਜ ਨਿਹਾਰਾ, ਫਿਰ ਉਹਨੇ ਆਪਣੀ ਤਾਕਤ ਨੂੰ ਮਾਪਿਆ ਤੋਲਿਆ। ਸੰਗ ਨਰੰਗੇ ਸਕਲ ਬਤਾਈ, ਸਾਰੀ ਗੱਲ ਵਿਚਾਰ ਕੇ ਉਹਨੇ ਔਰੰਗਜ਼ੇਬ ਨੂੰ ਆਖਿਆ, ਇਸਕੋ ਅਬ ਕਿਛ ਹਵੈ ਨਾ ਉਪਾਈ। ਦੇਖੋ ਜੀ ਬਾਦਸ਼ਾਹ ਸਲਾਮਤ, ਜਿਹੜੀ ਤਾਕਤ ਨਾਲ ਤੁਹਾਡਾ ਮੱਥਾ ਲੱਗਾ ਹੈ ਉਹਦੇ ਤੇ ਮੇਰਾ ਜ਼ੋਰ ਨਹੀਂ ਚੱਲਦਾ। ਹੋਰ ਕੋਈ ਹੁੰਦਾ ਤੇ ਮੈਂ ਉਹ ਕਾਬੂ ਕਰ ਲੈਂਦਾ, ਪਰ ਉਹ ਗੁਰੂ ਤੇਗ ਬਹਾਦਰ ਦਾ ਸ਼ਹੀਦ ਸਿੱਖ ਹੈ। ਸ਼ਹੀਦਾਂ ਉੱਤੇ ਸਾਡਾ ਪੀਰਾਂ ਦਾ ਕੋਈ ਜ਼ੋਰ ਨਹੀਂ ਚੱਲਦਾ। ਇਸ ਦਾ ਮੇਰੇ ਕੋਲ ਕੋਈ ਇਲਾਜ ਨਹੀਂ ਹੈ। ਤੋਹੇ ਭਲੇ ਹਿਤ ਰਹਿਓ ਵਿਚਾਰ, ਮੈਂ ਤੇਰੇ ਭਲੇ ਲਈ ਵਿਚਾਰ ਕਰਦਾ ਰਿਹਾ ਹਾਂ, ਹੋਤ ਨ ਕਿਸ ਪ੍ਰਕਾਰ ਉਪਚਾਰ। ਪਰ ਤੇਰਾ ਭਲਾ ਹੋ ਨਹੀਂ ਸਕਦਾ, ਕੋਈ ਇਲਾਜ ਹੋ ਨਹੀਂ ਸਕਦਾ। ਮੈਂ ਕੋਸ਼ਿਸ਼ ਕਰ ਸਕਦਾ ਪਰ ਕੋਸ਼ਿਸ਼ ਸਿਰੇ ਨਹੀਂ ਲੱਗੇਗੀ। ਮੈਨੂੰ ਪਤਾ ਹੈ ਮੇਰੀ ਤਾਕਤ ਦਾ, ਜਿਨ੍ਹਾਂ ਦੇ ਨਾਲ ਵਾਹ ਪਿਆ ਹੈ ਉਹ ਮੇਰੇ ਨਾਲੋਂ ਜ਼ਿਆਦਾ ਤਾਕਤ ਵਾਲੇ ਹਨ। ਵੱਡ ਅਪਰਾਧ ਕਮਾਮਨ ਕੀਨ, ਤੇਰੇ ਕੋਲੋਂ ਬਹੁਤ ਵੱਡਾ ਗੁਨਾਹ ਹੋਇਆ ਹੈ ਜੋ ਤੂੰ ਐਡੇ ਵੱਡੇ ਮਹਾਨ ਗੁਰੂ ਨੂੰ ਸ਼ਹੀਦ ਕਰ ਦਿੱਤਾ ਹੈ। ਇਸ ਤੇ ਪੂਰੀ ਬਸਨ ਤੇ ਹੀਨ। ਉਹ ਹੁਣ ਉਹਦੇ ਸਿੱਖ ਜਿਹੜੇ ਨੇ, ਸ਼ਹੀਦ ਸਿੱਖ ਨੇ, ਉਹ ਤੈਨੂੰ ਦਿੱਲੀ 'ਚ ਰਹਿਣ ਨਹੀਂ ਦੇਣਗੇ। ਉਹ ਗੁਰੂ ਤਾਂ ਕੁਛ ਨਹੀਂ ਕਹਿੰਦਾ, ਪਰ ਉਹਦੇ ਸਿੱਖ ਡਾਢੇ ਹਨ, ਉਹ ਸ਼ਹੀਦ ਹਨ, ਉਹ ਤੈਨੂੰ ਤੰਗ ਕਰਨਗੇ। ਇਸ ਕਰਕੇ ਤੁਹਾਨੂੰ ਦਿੱਲੀ 'ਚ ਰਹਿਣ ਨਹੀਂ ਦੇਣਗੇ। ਇਹ ਠਾਂ ਰਹੇ ਨਾ ਤੁਮ ਰਹਿ ਆਵੈ, ਇੱਥੇ ਰਹਿਣ ਦੇ ਨਾਲ ਤੇਰੀ ਜਿਹੜੀ ਹੈ ਬੇਇੱਜ਼ਤੀ ਹੋਵੇਗੀ। ਜੇ ਤੂੰ ਦਿੱਲੀ ਰਵੇਂਗਾ ਤੈਨੂੰ ਤੰਗ ਕਰਨਗੇ, ਤੈਨੂੰ ਪਰੇਸ਼ਾਨੀ ਵਧੇਗੀ ਤੇਰੀ। ਇੱਥੇ ਤੇਰਾ ਹੁਣ ਰਹਿਣਾ ਨਹੀਂ ਬਣ ਸਕਦਾ। ਸੁਪਤੈ ਵਹਿਰ ਸਰਬ ਲਖ ਪਾਵੈ, ਹੁਣ ਤੂੰ ਇੱਥੋਂ ਬਾਹਰ ਰਹਿੰਦਾ ਹੈ ਰਾਤ ਨੂੰ ਜਾ ਕੇ। ਇਹ ਤਾਂ ਸਾਰਾ ਸ਼ਹਿਰ ਜਾਣਦਾ ਹੀ ਹੈ ਬਾਦਸ਼ਾਹ ਨੂੰ ਦਿੱਲੀ 'ਚ ਨੀਂਦ ਨਹੀਂ ਆਉਂਦੀ। ਇਹ ਗੱਲ ਇਕੱਲੀ ਤੈਨੂੰ ਨਹੀਂ ਪਤਾ, ਹਿੰਦੁਸਤਾਨ ਦੇ ਸ਼ਹਿਰਾਂ ਦੇ ਲੋਕਾਂ ਨੂੰ, ਦਿੱਲੀ ਦੇ ਲੋਕਾਂ ਨੂੰ ਪਤਾ ਹੈ, ਭਾਵੇਂ ਮੂੰਹ ਤੇ ਨਹੀਂ ਕਹਿੰਦੇ, ਪਰ ਇਹ ਗੱਲ ਸਾਰੇ ਜਾਣਦੇ ਹਨ ਵੀ ਔਰੰਗਜ਼ੇਬ ਕਿਸੇ ਕਾਰਨ ਕਰਕੇ ਰਾਤ ਕਿਲੇ ਵਿੱਚ ਨਹੀਂ ਸੌਂ ਸਕਦਾ। ਔਰ ਮੈਂ ਨਿਸਾ ਬਸਨ ਹੋਏ ਨਾਹੀ, ਰਾਤ ਦਿੱਲੀ 'ਚ ਨਹੀਂ ਰਹਿ ਸਕੇਗਾ। ਇਹ ਤੈਨੂੰ ਮੈਂ ਦੱਸ ਦਿਆਂ, ਇਸ ਚੀਜ਼ ਦਾ ਕੋਈ ਕਿਸੇ ਕੋਲ ਵੀ ਕੋਈ ਇਲਾਜ ਨਹੀਂ ਹੈ। ਇਹ ਜਿਹੜੇ ਸ਼ਹੀਦ ਹਨ, ਗੁਰੂ ਤੇਗ ਬਹਾਦਰ ਦੇ ਸਿੱਖ ਹਨ, ਉਹਨਾਂ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਅਜੋ ਕਰਹਿ ਸਭ ਆਪਸ ਮਾਹੀ, ਔਰ ਸਾਰੇ ਲੋਕ ਤੇਰੀ ਨਿੰਦਾ ਕਰਦੇ ਨੇ, ਮਜ਼ਾਕ ਉਡਾਉਂਦੇ ਨੇ, ਬੇਇੱਜ਼ਤੀ ਹੋਵੇਗੀ। ਇਸ ਕਰਕੇ ਤੁਸੀਂ ਬਾਦਸ਼ਾਹ ਸਲਾਮਤ ਦਿੱਲੀ ਤੋਂ ਹੀ ਦੂਰ ਚਲੇ ਜਾਓ। ਜਾਂ ਤੇ ਕਰ ਮੁਹਿਮ ਇਤ ਔਰ, ਇਸ ਕਰਕੇ ਕਿਤੋਂ ਦੂਰ ਹਿੰਦੁਸਤਾਨ ਦੇ ਕਿਸੇ ਹੋਰ ਕੋਨੇ 'ਚ ਮੁਹਿੰਮ ਛੇੜ ਦਿਓ, ਲੜਾਈ ਦਾ ਬਹਾਨਾ ਕਰਕੇ ਚਲੇ ਜਾਓ। ਬੇਗਮ ਨੂੰ ਲਸ਼ਕਰ ਕੋ ਜੋਰ, ਆਪਣੀ ਫੌਜ ਦਾ, ਲਸ਼ਕਰ ਦਾ ਵੱਡਾ ਸਮੂਹ ਲੈ ਜਾਓ ਤੇ ਫੌਜਾਂ ਲਿਜਾ ਕੇ ਜੰਗ ਸ਼ੁਰੂ ਕਰ ਦਿਓ। ਤੇ ਆਪਣਾ ਕੋਈ ਨਾਲੇ ਤੁਹਾਡਾ ਦੇਸ਼ ਦੀ ਹੱਦਬੰਦੀ ਵੱਡੀ ਹੋਵੇਗੀ, ਮੁਹਿੰਮ ਫਤਿਹ ਕਰ ਲਓਗੇ, ਨਾਲੇ ਦਿੱਲੀ ਤੋਂ ਦੂਰ ਚਲੇ ਜਾਓਗੇ। ਸੰਮਤ ਕਿਤ ਬੀਤ ਤਹਿ ਜੈ ਹੈ, ਕੁਝ ਸਾਲ ਉੱਧਰ ਹੀ ਬੀਤ ਜਾਣਗੇ, ਟਾਈਮ ਪਾਸ ਹੋ ਜਾਏਗਾ। ਆਤ ਪੁਰਾਤਨ ਤਬ ਪਰ ਜੈ ਹੈ, ਇਹ ਗੱਲ ਪੁਰਾਣੀ ਹੋ ਜਾਏਗੀ। ਜਦ ਪੁਰਾਣੀ ਪੈ ਜਾਂਦੀ ਹੈ ਫਿਰ ਉਹ ਗੱਲ ਚੇਤੇ ਨਹੀਂ ਰਹਿੰਦੀ ਲੋਕਾਂ ਦੇ। ਸੁਨਤ ਪੀਰ ਤੇ ਭਇਓ ਨਿਰਾਸ, ਕਹਿੰਦੇ ਪੀਰ ਤੋਂ ਸੁਣ ਕੇ ਨਿਰਾਸ਼ ਹੋ ਗਏ। ਮਿਟਦੀ ਪੂਰੀ ਬਾਸ ਕੀ ਆਸ, ਕਹਿੰਦੇ ਹੁਣ ਇੱਥੇ ਰਹਿਣ ਦੀ ਜਿਹੜੀ ਆਸ ਉਮੀਦ ਸੀ ਉਹ ਖਤਮ ਹੋ ਗਈ। ਹਤੋਂ ਜਾਏ ਅਬ ਤਾਨੇ ਸ਼ਾਹ, ਹਤੋਂ ਜਾਏ ਅਬ ਤਾਨੇ ਸ਼ਾਹ। ਔਰੰਗਜ਼ੇਬ ਨੇ ਸੋਚਿਆ ਹੁਣ ਦਿੱਲੀ ਤਾਂ ਮੈਂ ਰਹਿ ਨਹੀਂ ਸਕਦਾ, ਹੁਣ ਤਾਨੇ ਸ਼ਾਹ ਦੇ ਨਾਲ ਹੈਦਰਾਬਾਦ ਦੇ ਨਿਜ਼ਾਮ ਨਾਲ ਜਾ ਕੇ ਖੰਡਾ ਖੜਕਾਵਾਂ ਤੇ ਉਸ ਨੂੰ ਫਤਿਹ ਕਰਾਂ। ਤਿਤਹੀ ਬੈ ਕੋ ਪਰੋਂ ਨਿਵਾਹੇ, ਆਪਣੀ ਉਮਰ ਵੀ ਉੱਧਰ ਹੀ ਜਾ ਕੇ ਗੁਜ਼ਾਰ ਲਵਾਂ। ਇਮ ਨਿਸ਼ਚੈ ਕਰ ਸਭ ਵਿਦ ਤਿਆਰੀ, ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਔਰੰਗਜ਼ੇਬ ਨੇ ਤਿਆਰੀਆਂ ਕੱਸ ਲਈਆਂ। ਖਰੀ ਹਕਾਰਨ ਸੈਨਾ ਸਾਰੀ, ਸਾਰੀ ਫੌਜ ਇਕੱਠੀ ਕੀਤੀ, ਆਪਣੇ ਜਰਨਲ, ਕਰਨਲ, ਫੌਜੀ ਅਫਸਰ, ਸੈਨਾਪਤੀ ਬੁਲਾਏ। ਤੋਪ ਰਹਿ ਕਲੇ ਆਦ ਕਨੇਰੇ, ਕਹਿਣ ਲੱਗਾ ਜੰਗ ਦੀ ਤਿਆਰੀ ਕਰੋ, ਤੋਪਾਂ, ਰਹਿਕਲੇ, ਜੰਬੂਰੇ ਕੱਸ ਲਓ। ਲੈ ਕਰ ਚੜ ਚਾਲਿਓ ਤਿਸ ਬੀਰੇ,
ਸੋ ਇਸ ਤਰ੍ਹਾਂ ਇਹ ਔਰੰਗਜ਼ੇਬ ਲੈ ਕੇ ਵੱਡੀ ਸਾਰੀ ਮੁਹਿੰਮ ਤਾਨਾਸ਼ਾਹ ਨਾਲ ਹੈਦਰਾਬਾਦ ਦੇ ਨਿਜ਼ਾਮ ਨਾਲ ਯੁੱਧ ਕਰਨ ਲਈ ਚੱਲ ਪਿਆ। ਉਹ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਵੇਂ ਸੁਣਾਈ ਸਿੱਖਾਂ ਨੇ, ਤੇ ਉਸ ਤੋਂ ਬਾਅਦ ਮਹਾਰਾਜ ਨੇ ਕੀ ਬਚਨ ਕੀਤੇ ਉਹ ਵੀ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।